ਸਾਰੇ ਮਹਿਮਾਨਾਂ ਨੂੰ ਕਹਿਣਾ ਵਾਲੇਕੁਮ ਸਲਾਮ। ਅਸੀਂ ਬਾਕਾਇਦਾ ਸ਼ੁਰੂ ਕਰਨੇ हैं अल्लाह के नाम से। इमरान तलावत कलाम पाक करेगा। नहीं आवाज आ रही। आवाज आ रही? आ रही थी। हाँ لم يلد ولم يولد ولم يكن له كفوا احد۔ تسی آختے ہو وہ رب ایک ہے، وہ رب بے نیاز ہے دنیا دے کماں تو، نہ اس نے کسی نے جنم دیتا ہے نہ انہوں کوئی جم سکیا ہے، وہ دا برابری کرنے والا کوئی نہیں۔ مول مانتر دی ایک اومکار ستنام کرتا پورک نربھو نرویر اکال مورت اجونی سیون گر پرساد، آد سچ جگاد سچ ہے بھی سچ نانک ہوسی بھی سچ۔ جزاک اللہ، بہت مہربانی۔ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਵਿਸ਼ੇ ਸਾਡਾ ਹੈ ਵੇ ਪੰਜਾਬ ਤੇ ਖਾਲਸਾ ਰਾਜ ਦੇ ਅਸਰਾਤ। ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਡਾਕਟਰ ਫਲੀਹਾ ਜ਼ਾਹਰਾ ਕਾਜ਼ਮੀ ਸਾਹਿਬਾ, ਇਹ ਪ੍ਰੋਫੈਸਰ ਨੇ ਤੇ ਹੈਡ ਆਫ ਡਿਪਾਰਟਮੈਂਟ ਪਰਸ਼ੀਅਨ ਨੇ ਲਾਹੌਰ ਕਾਲਜ ਫਾਰ ਵਿਮਨ ਯੂਨੀਵਰਸਿਟੀ 'ਚ। ਤੇ ਚਰਨਜੀਤ ਸਿੰਘ ਜੀ, ਡਾਕਟਰ ਚਰਨਜੀਤ ਸਿੰਘ ਜੀ ਨੇ ਸਾਡੇ ਨਾਲ ਜਿਹੜੇ ਲਿਖਾਰੀ ਨੇ ਤੇ ਆਥਰ ਨੇ। ਸਾਡੇ ਨਾਲ ਹੈ ਨੇ ਜਨਾਬ ਫਕੀਰ ਸੈਫੁਦੀਨ ਸਾਹਿਬ, ਇਹ ਡਾਇਰੈਕਟਰ ਨੇ ਫਕੀਰ ਖਾਨਾ ਮਿਊਜ਼ੀਅਮ ਦੇ। ਲੇਕਿਨ ਉਹ ਤੋਂ ਵੱਧ ਇਹ ਹੈ ਕਿ ਇਹ ਉਸ ਪੀੜ੍ਹੀਆਂ 'ਚ ਗਿਣਦੇ ਹੁਣ ਤੱਕ ਪਹੁੰਚ ਗਏ ਨੇ ਜਿਹੜੇ ਕਿ ਮਹਾਰਾਜਾ ਦੇ ਨਾਲ ਵਜ਼ੀਰ ਆਜ਼ਮ, ਵਜ਼ੀਰ ਤਾਲੀਮ ਤੇ ਖਾਰਜਾ ਸਾਰੀਆਂ ਪਾਲਿਸੀਆਂ ਕਰਦੇ ਸੀ। ਇਹ ਉਹਨਾਂ ਦੀ ਔਲਾਦ 'ਚੋਂ ਨੇ। ਇਹਨਾਂ ਦੇ ਇਲਾਵਾ ਸਾਡੇ ਨਾਲ ਜੁਆਇਨ ਕਰਨਾ ਸੀ ਡਾਕਟਰ ਰੁਬੀਨਾ ਯਾਸਮੀਨ ਹੋਣਾ ਨੇ ਬਹਾਵਲਪੁਰ ਤੋਂ, ਤੇ ਇਤਫਾਕ ਹੈ ਕਿ ਉਹਨਾਂ ਦਾ ਨੈਟ ਠੀਕ ਨਹੀਂ ਹੈ, ਜੇ ਨਹੀਂ ਆ ਸਕੀਆਂ ਹੋ ਸਕਦਾ ਸਾਨੂੰ ਦਰਮਿਆਨ 'ਚ ਜੁਆਇਨ ਕਰ ਲੈਣ। ਸੌਰੀ। ਇੱਕ ਡਾਕਟਰ ਜਸਵਿੰਦਰ ਤੋਂ ਇਲਾਵਾ ਸਾਡੇ ਨਾਲ ਜਨਾਬ ਸੁਰਿੰਦਰ ਕੋਛੜ ਸਾਹਿਬ ਨੇ ਆਉਣਾ ਸੀ, ਉਹ ਅਜੇ ਤੱਕ ਨਜ਼ਰ ਨਹੀਂ ਆਏ। ਅੱਜ ਜ਼ਿਆਦਾਤਰ ਜਗ੍ਹਾ ਤੇ ਪਤਾ ਨਹੀਂ ਕਿਉਂ ਨੈਟ ਦੀ ਕੋਈ ਪ੍ਰੋਬਲਮ ਆ ਰਹੀ ਹੈ। ਪੰਜਾਬ ਦੀ ਧਰਤੀ ਜੱਗ ਦੇ ਮੁੱਢਲੇ ਵਸੇਬਾਂ ਵਿੱਚੋਂ ਹੈ। ਪੰਜਾਬ ਕਬਲ ਅਜ਼ ਮਸੀਹ ਤੋਂ ਗੈਰ ਮੁਲਕੀ ਹਮਲਾ ਆਵਰਾਂ ਦੇ ਹਮਲਿਆਂ ਦਾ ਮਰਕਜ਼ ਵੀ ਰਿਹਾ ਹੈ। ਸਿਕੰਦਰ ਯੂਨਾਨੀ ਨੇ ਇੱਥੇ ਆ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਰਾਜਾ ਪੋਰਸ ਵਰਗਿਆਂ ਨੇ ਉਹਨੂੰ ਨੱਕੋਂ ਚਣੇ ਚਬਵਾਏ। ਬਾਬਾ ਗੁਰੂ ਨਾਨਕ ਜੀ ਦੀਆਂ ਲਿਖਤਾਂ ਤੋਂ ਉਗੜਦਾ ਹੈ ਜੇ ਕਿਵੇਂ ਹਾਕਮ ਤੇ ਮਜ਼ਹਬੀ ਸਥਾਂ ਪੁੱਠਾ ਗੇੜਨਾ ਸ਼ੁਰੂ ਕਰ ਦਿੱਤਾ ਸੀ। ਬਾਬਰ ਬਾਣੀ ਵਿੱਚ ਬਾਬਾ ਗੁਰੂ ਨਾਨਕ ਇੱਕ ਪਾਸੇ ਤੇ ਆਉਣ ਵਾਲੇ ਧਾੜਿਆਂ ਦੇ ਜ਼ੁਲਮਾਂ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਹਾਕਮਾਂ ਤੇ ਉਹਨਾਂ ਦੀਆਂ ਮਜ਼ਹਬੀ ਸਥਾਂ ਦੀ ਨਿੰਦਿਆ ਕਰਦੇ ਨੇ। ਬਾਬੇ ਗੁਰੂ ਨਾਨਕ ਹੋਰਾਂ ਪੂਰੇ ਸਿਆਸੀ, ਸਮਾਜੀ ਤੇ ਮੁਆਸ਼ੀ ਨਿਜ਼ਾਮ ਦਾ ਵੇਰਵਾ ਕੀਤਾ ਜਿਹੜਾ ਅੱਗੇ ਜਾ ਕੇ ਪੰਜਾਬੀ ਕੌਮ ਪਰਸਤੀ ਦੀ ਨੀਂਹ ਬਣ ਗਿਆ। ਇਸ ਪੰਜਾਬੀ ਕੌਮ ਪਰਸਤੀ ਦੀ ਜਿੱਤ ਹੋਈ ਤੇ ਸ਼ੁਮਾਲ ਤੋਂ ਪੈਣ ਵਾਲੇ ਧਾੜਿਆਂ ਨੂੰ ਸਦਾ ਲਈ ਡੱਕਾ ਲੱਗ ਗਿਆ, ਜਿਸ ਨਾਲ 800 ਸਾਲਾਂ ਦੀ ਤਾਰੀਖ ਦਾ
ਮੁਹਾੜ ਸਦਾ ਲਈ ਮੋੜ ਦਿੱਤਾ ਗਿਆ। 10ਵੇਂ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਨਾਲ ਚੱਲਦੇ ਵਤੀਕਰੇ ਨਾ ਪਾਰੋਂ ਸਿੱਖਾਂ ਨੂੰ ਇੱਕ ਲੜਾਕਾ ਟੋਲੀ ਵਿੱਚ ਬਦਲ ਦਿੱਤਾ। ਇਹਦਾ ਨਾਂ ਉਹਨਾਂ ਨੇ ਖਾਲਸਾ ਰੱਖਿਆ। ਵੇਲੇ ਦੇ ਨਾਲ ਨਾਲ ਸਿੱਖ ਕੌਮ ਅੰਦਰ ਜਾਗ੍ਰਿਤੀ ਹੋਈ, ਜਿਹਦੇ ਨਤੀਜੇ ਵਿੱਚ ਰਣਜੀਤ ਸਿੰਘ ਵਰਗਿਆਂ ਸੂਰਮਿਆਂ ਨੇ ਸਾਹਮਣੇ ਆ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਕੇ ਤੇ ਸਿੱਖ ਰਾਜ ਜਾਂ ਖਾਲਸਾ ਰਾਜ ਦੀ ਨੀਂਹ ਰੱਖੀ। ਇਸ ਖਾਲਸਾ ਰਾਜ ਨੇ ਨਾ ਸਿਰਫ ਪੰਜਾਬ ਬਲਕਿ ਸਾਰੇ ਸਾਊਥ ਈਸਟ ਏਸ਼ੀਆ ਤੇ ਅਹਿਸਾਨ ਕੀਤਾ। ਉਹ ਇਹ ਕਿ ਲਹਿੰਦੇ ਤੋਂ ਭੁੱਖਿਆਂ ਨੰਗਿਆਂ ਧਾੜਿਆਲਾਂ ਦਾ ਆਉਣਾ ਬੰਦ ਕਰ ਦਿੱਤਾ ਤੇ ਮਹਾਰਾਜਾ ਦੀ ਜ਼ਿੰਦਗੀ ਤੀਕਰ ਅੰਗਰੇਜ਼ ਨੂੰ ਵੀ ਜ਼ਰੂਰਤ ਨਹੀਂ ਹੋਈ ਕਿ ਉਹ ਸਤਲੁਜ ਕ੍ਰਾਸ ਕਰਕੇ ਇਸ ਪੰਜਾਬ ਨੂੰ ਕੁਸ਼ਾਕ ਸਕੇ। ਇਹ ਖਾਲਸਾ ਰਾਜ ਦਾ ਹੀ ਅਸਰ ਸੀ ਕਿ ਸਾਊਥ ਏਸ਼ੀਆ ਵਿੱਚ ਪੰਜਾਬ ਸਭ ਤੋਂ ਆਖਰੀ ਇਲਾਕਾ ਸੀ ਜਿਹੜਾ ਕਲੋਨੀਅਲ ਬ੍ਰਿਟਿਸ਼ ਤੇ ਕਾਬੂ 'ਚ ਆਇਆ। ਮੁਗਲਾਂ ਤੋਂ ਬਾਅਦ ਜਿੰਨੀਆਂ ਵੀ ਰਿਆਸਤਾਂ ਬਣੀਆਂ ਸੀ, ਅੰਗਰੇਜ਼ ਉਹਨਾਂ ਨੂੰ 1849 ਤੋਂ ਪਹਿਲਾਂ ਕਬਜ਼ੇ ਵਿੱਚ ਲੈ ਚੁੱਕਿਆ ਸੀ। ਖਾਲਸਾ ਰਾਜ 1799 ਤੋਂ ਲੈ ਕੇ 1849 ਤੱਕ ਚੱਲਿਆ। ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦਾ ਵੱਡਾ ਸਰਦਾਰ ਤੇ ਇਹਨੂੰ ਚਲਾਉਣ ਵਾਲਾ ਸੀ। ਖਾਲਸਾ ਰਾਜ ਵਿੱਚ ਪੰਜਾਬ, ਕਸ਼ਮੀਰ, ਹੁਣ ਦਾ ਸੂਬਾ ਖੈਬਰ ਪਖਤੂਨਖਵਾ, ਗਿਲਗਤ, ਬਲਤਿਸਤਾਨ ਦੇ ਦੇਸ਼ ਸ਼ਾਮਲ ਸਨ। ਗਾਲਿਬਨ ਪੋਰਸ ਦੇ ਬਾਅਦ ਇਹ ਪਹਿਲਾ ਧਰਤੀ ਦਾ ਸਪੂਤ ਸੀ ਜਿਹਨੇ ਤਖਤ ਲਾਹੌਰ ਨੂੰ ਕਾਬੂ ਕਰਨ ਤੋਂ ਬਾਅਦ ਪੰਜਾਬ ਦੀਆਂ ਹੱਦਾਂ ਇੱਕ ਪਾਸੇ ਦਿੱਲੀ ਵੱਲ ਤੱਕ, ਦੂਜੇ ਪਾਸੇ ਕਾਬਲ ਤੱਕ ਤੇ ਨਾਲੇ ਕਸ਼ਮੀਰ ਤੱਕ ਵਧਾ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਅੰਗਰੇਜ਼ਾਂ ਨੇ ਪਹਿਲੀ ਤੇ ਦੂਜੀ ਐਂਗਲੋ ਸਿੱਖ ਜੰਗ ਦੇ ਮਗਰੋਂ 1849 ਵਿੱਚ ਇੱਥੇ ਆਪਣੀ ਸਲਤਨਤ ਕਾਇਮ ਕੀਤੀ। ਇਹਦੇ ਨਾਲ ਹੀ ਹੁਣ ਮੈਂ ਆਪਣੇ ਵਿਦਵਾਨ ਬਹੁਤ ਵੱਡੇ ਆਲਮ ਬਲਕਿ ਵੱਡੀ ਆਲਮਾ ਸਾਹਿਬਾ ਡਾਕਟਰ ਫਲੀਹਾ ਜ਼ਾਹਰਾ ਕਾਜ਼ਮੀ ਸਾਹਿਬਾ ਨੂੰ ਜ਼ਹਿਮਤ ਦੇਵਾਂਗਾ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਜਿਵੇਂ ਅੱਗੇ ਦੱਸਿਆ, ਡਾਕਟਰ ਸਾਹਿਬਾ ਫਾਰਸੀ ਦੀ ਹੈਡ ਡਿਪਾਰਟਮੈਂਟ ਨੇ ਲਾਹੌਰ ਕਾਲਜ ਫਾਰ ਵਿਮਨ यूनिवर्सिटी। डॉक्टर फलीहा काज़मी साहबा। बिस्मिल्लाहिर्रहमानिर्रहीम। जनाब गुरैया साहब, आपकी मैं बहुत ममनून हूँ और आपके इदारे की बहुत ममनून हूँ कि आपने मुझे ये मौका दिया और आपने जो एक पर्शियन और पंजाबी का लिंक दयाल सिंह रिसर्च फोरम के थ्रू। आवाज़ नहीं जा रही है जैसे मेरी नहीं, आपकी आवाज़ आ रही है जी, ठीक है। तो जो आपने ये जो सर एक सिलसिला शुरू किया है, ये बहुत अरसे से इसमें एक तशनगी थी और ना सिर्फ पाकिस्तान में बल्कि ईरान में भी इस बात को बहुत अहमियत दी जा रही है और ये एक नया बाब हमने खोल दिया है रिसर्च के लिए, क्योंकि इससे पहले पर्शियन और पंजाब का जो ये सिख एरा है, इसका जो इतना क्लोज रिलेशन था, इसको कभी भी डिस्कस इस तरह नहीं किया गया। लेकिन जैसे कोरोना ने बहुत सारे मसाइल ईजाद किए, उसने कुछ चीज़ें बेहतर भी कर दी। उनमें से ये एक ऑनलाइन वेबिनार्स हैं जिसके थ्रू बहुत सारे नए दरवाजे खुल गए, नई रिसर्च के दरवाजे खुल गए। तो आपका शुक्रिया करने के साथ मैं आज जिस हवाले से बात करूंगी वो पंजाब पर खालसा राज के फ़ारसी ज़बान और इसके तालीमी और तारीख़ी असरात के हवाले से करूंगी। अगरचे इसका टाइम पीरियड तो बहुत ज़्यादा है, लेकिन जो अहमियत रंजीत सिंह के दौर को है वो शायद किसी और दौर को नहीं मिली। तो उस हवाले से ही मैं ज़रा ज़्यादा गुफ्तगू करूंगी। रंजीत सिंह की हुकूमत का सबसे अहम सतून खुद उनकी मजबूत शख्सियत थी। अगरचे वो निज़ामी अमूर में ज़्यादा दस्तरस नहीं रखते थे, लेकिन वो एक समझदार सियासतदान थे और जानते थे कि हुकूमत के ओहदेदारों का इस्तेमाल खूब किया जा सकता है
اور کیسے کیا جا سکتا ہے اس کو بھی وہ بہت بخوبی سمجھتے تھے، اور انہوں نے اپنی دانشمندی سے ہی اپنے عہد حکومت کو سکھوں کے بہترین عہد کے طور پر قائم کیا، اور ان کی وفات کے بعد سارے ملک میں ایسی افراتفری پھیلی کہ سکھوں کو دوبارہ وہ عروج حاصل نہیں ہو سکا جو ان کے دور میں ہوا۔ اگرچہ اس دور حکومت میں طاقت کا منبع سکھ ہی رہے، مگر ہندوؤں اور بالخصوص مسلمانوں کو بھی امور مملکت میں بخوبی شرکت کا موقع دیا گیا، کیونکہ وہ خود سمجھدار حکمران تھے اور خوب جانتے تھے کہ کس کو کس وقت اور کہاں استعمال کرنا مناسب رہے گا۔ مسلمانوں نے رنجیت سنگھ کے عہد حکومت میں دربار شاہ میں اعلیٰ مقامات حاصل کیے، مثلا غلام محی الدین فرزند غلام شاہ کے تینوں بیٹے یعنی فقیر عزیز الدین بخارائی، لاہوری متخلص آزاد الرضا، فقیر امام الدین متخلص ازہر اور فقیر نور الدین محمد بخارائی لاہور متخلص منور، تینوں دانشمند، طبیب، فارسی شاعر اور مہاراجہ کے دربار میں اعلیٰ عہدوں پر فائز تھے۔ اور ہماری خوش قسمتی ہے کہ آج اسی خاندان کے چشم و چراغ ہمارے ساتھ بھی شامل گفتگو رہیں گے۔ اگرچہ سرزمین پنجاب اور سکھوں کی مذہبی زبان تو پنجابی تھی، اور سکھوں کے دور حکومت میں پنجابی میں بہت سا عرفانی اور متصوفانہ کلام تخلیق ہوا، لیکن چونکہ سکھوں میں اعلیٰ تعلیم یافتہ لوگوں کی اس دور میں کمی تھی، لہٰذا وہ مسلمانوں اور ہندو علماء کے بھی نیاز مند تھے، اور اسی وجہ نیاز کے سبب مسلمانوں نے سکھوں کے دربار میں اعلیٰ مقامات حاصل کیے۔ بر صغیر میں فارسی زبان کی مقبولیت اور عمومیت کا یہ عالم تھا کہ اسلامی حکومت کے دور انحطاط میں جب مرہٹوں نے سر اٹھایا تو انہوں نے بھی فارسی ہی کو سرکاری زبان قرار دیا، اور پنجاب میں سکھوں کے عہد حکومت میں بھی فارسی کو اقتدار حاصل رہا۔ ہندوؤں کے مقابلے میں سکھ شعراء اور ادباء کی تعداد اگرچہ کم رہی، لیکن اس وقت کے تحصیل کردہ سکھوں نے متعدد بہترین تصانیف بھی تالیف کی ہیں۔ رنجیت سنگھ خود فارسی زبان کی اہمیت کے اس قدر قائل تھے کہ وہ انگریزوں سے ہمیشہ فارسی زبان میں ہی خط و کتابت کیا کرتے تھے، حتیٰ معروف ہے کہ ان کے عہد میں کوشش کی جاتی تھی کہ مغلوں کے دور حکومت کی طرح فارسی زبان میں وقائع نویسی کو ترجیح دی جائے۔ اس دور کے کتبے اور سنگ نوشتے فارسی زبان میں ہی تحریر کیے گئے، اور قابل ذکر امر یہ ہے کہ رنجیت سنگھ اور اس کے جانشینوں کے عہد حکومت میں اکثر فارسی ادباء اور شعراء ایالت پنجاب ہی میں قیام پذیر رہے، جن میں سے ایک بڑی تعداد لاہور میں سکھوں کے دربار سے وابستہ تھے۔ یہاں ہم ان میں سے کچھ شخصیات کا ذکر کریں گے۔ اوورآل ہم یہاں شعراء کا ذکر نہیں کر رہے، ہم ادباء کا ذکر کریں گے جنہوں نے زیادہ تر تاریخیں لکھی اور سکھ دور کی تاریخیں لکھی۔ اس دور کے معروف مؤلفین میں غلام محی الدین، جنہوں نے گنج مخفی یا شمس التوحید تحریر کی، وہ اس دور کے معروف رائٹر تھے، اور سید قادر بخش جنہوں نے مصطلحات فارسی تحریر کی۔ اس کے علاوہ جان محمد لاہوری، فرزند محمود خان، فقیر عزیز الدین لاہوری کے ملازم اور شاگرد شاہ اکرام بیگ کرم چغتائی، اور سید غلام محی الدین نوشتہ ثانی کے مرید اور مجموع الفوائد کے مصنف تھے۔ اسی دور حکومت میں مولانا نور احمد صاحب چشتی ایک فاضل شخصیت کے حامل تھے، جنہوں نے تحقیقات چشتیہ کے نام سے ایک عمدہ کتاب تحریر کی ہے۔ مفتی علی الدین بن مفتی خیر الدین لاہوری، جو مؤلف تھے عبرت نامے اور تاریخ پنجاب کے، انہوں نے پنجاب کے جغرافیے اور اہالیان پنجاب کی عمدہ تواریخ تحریر کی ہیں۔ عبرت نامہ کے عنوان سے ان کی تاریخی تصنیف احمد شاہ عالمگیر ثانی اور شاہ عالم ثانی کے دور سے سکھوں کی پنجاب پر شورش کے حوالے سے اہمیت کی حامل کتاب ہے، کیونکہ اس میں پنجاب کی سیاست اور جغرافیہ پر مفصل بحث کی گئی ہے۔ منشی عبدالکریم مؤلف تاریخ پنجاب تحفۃ الاحباب ہیں، اور درانی اغوانی بادشاہوں کی تاریخ احمد
رتن چند نے تحریر کی، جو فرزند تھے رائے زادہ سلامت رائے کے، اور انہوں نے وہ فارسی اور ہندی زبان میں شعر بھی کہتے تھے۔ اس کے حوالے سے آخری ویبینار میں گفتگو بھی ہوئی تھی کہ رتن چند نے ایک اور تاریخی کتاب تحریر کی تھی جس کا نام تھا خالص نامے، جس میں ان کے فارسی اشعار بھی شامل ہیں۔ اس کے علاوہ سکھوں کی تاریخ گنیش داس بھندرا نے تصنیف کی، جو نہ صرف والی جموں و کشمیر گلاب سنگھ کے بھی ملازم تھے بلکہ اپنے دور کے معروف دبیر، شاعر اور تاریخ نویس بھی تھے۔ ان کی 2 فارسی تالیفات موجود ہیں، چہار باغ پنجاب جو پنجاب کی تاریخ ہے، اور دوسری کتاب ہے تاریخ جموں کشمیر۔ اس کے علاوہ لالا سوہن لال سوری سکھوں اور پنجاب کی تاریخ کے رائٹر ہیں، جس کتاب کا نام ہے عمدۃ التواریخ۔ پھر غلام محی الدین لدھیانوی المعروف بوٹے شاہ قادری، انہوں نے تاریخ پنجاب اور اس کے علاوہ ہزارہ کے لوگوں کی حوالے سے تواریخ ملوک ہزارہ بھی تحریر کی ہے۔ بوٹا شاہ نے بڑی مفصل تاریخ تحریر کی ہے، اور لاسٹلی ہمیں ان کی ایک اور کتاب بھی ملی ہے جس کا نام ہے تاریخ سکھاں، جو فارسی میں تحریر کی گئی ہے، 360 صفحات پر مشتمل ہے، اور ہوپ فلی ہم جلد ہی اس کتاب پہ، یعنی ہمارا ہی ڈپارٹمنٹ اس کتاب پر ایک پی ایچ ڈی کا تھیسس کرائے گا، اور ہم کوشش کریں گے کہ ہم اس کتاب کو ترجمہ بھی کر سکیں اردو زبان میں۔ اس کے علاوہ عہد رنجیت سنگھ کے معروف رائٹر مہتاب سنگھ تھے۔ پھر اسی دور میں محمد تقی پشاوری فرزند خواجہ بخش ہیرا سنگھ کے خواجہ بخش وہ ہیرا سنگھ کے ملازموں میں سے تھے، اور وزیر مہاراجہ دلیپ سنگھ کے دور میں انہوں نے اپنا وقت گزارا۔ ان کی ایک کتاب تھی شیر سنگھ نامے، جو تاریخ عہد مہاراجہ شیر سنگھ کے بارے میں تالیف ہوئی ہے۔ دیوان اجودھیا پرشاد اس کے مؤلف ہیں، وہی ہیں جو کہ وقائع جنگ سکھاں کے مؤلف تھے، اور اس کا 10 نوشتہ یا خطی نسخہ پنجاب یونیورسٹی میں 11178 کے نمبر سے آج بھی موجود ہے، جو سکھوں اور انگریزوں کے مابین ہونے والے تاریخی معرکے کی تاریخ ہے۔ منشی دیا رام پنڈت فرزند پنڈت نارائن برہمن کشمیری نے شیر و شکھر کے نام سے رنجیت سنگھ کے دور کی ایک تاریخ تحریر کی ہے، جو کہ 1814 سے 1825 کے درمیانی عہد کی تاریخ ہے، اور بہت اہم کتاب ہے رنجیت سنگھ کے دور کے حوالے سے۔ پھر لالا موہن لال رنجیت سنگھ کے جو ایک معتبر ملازم تھے، انہوں نے ایک مستند تصنیف تاریخ رنجیت سنگھ کے حوالے سے روزنامچہ رنجیت سنگھ کے عنوان سے تحریر کی ہے۔ مجھے اتفاقاً آخری کچھ دن پہلے پنجاب یونیورسٹی کی لائبریری جانے کا اتفاق ہوا، وہاں پر بھی آپ کو بتاتی چلوں ایک کتاب، ایک ہمیں روزنامچہ ملا ہے جو حقیقتاً میری سمجھ سے تو بالاتر ہے، لیکن فارسی زبان میں لکھا گیا ہے، اور وہ ڈیلی جو روٹین میں آفیشیل کام ہوتے تھے اس حوالے سے ہے، اور بہت اہم ہے، لیکن اس کو سمجھنا، اس کو درک کرنے کے لیے کافی وقت درکار ہے۔ احمد یار مرالوی جو کہ 1768 میں صوبہ سہدرہ توابع وزیر آباد میں پیدا ہوئے، وہ پنجابی زبان کے شاعر تھے، اور انہوں نے ایک منظوم شاہنامہ بے اسم شاہنامہ رنجیت سنگھ تحریر کیا ہے، جو کہ رنجیت سنگھ کے دور کی تاریخ ہے، اور شاہنامہ فردوسی کی پیروی میں لکھا گیا ہے۔ فردوسی آپ لوگ مجھ سے بہتر سمجھتے ہیں، ایران کے قومی شاعر ہیں، اور انہوں نے ایران کی تاریخ کو منظوم کیا تھا پہلی دفعہ، اور باقاعدہ ان کو برصغیر میں اتنی اہمیت حاصل تھی کہ برصغیر میں جتنے بھی تاریخ کی کتابیں تحریر کی گئی ہیں وہ شاہنامہ فردوسی کو فالو کرتے ہوئے ہی تحریر کی گئی ہیں، اور سکھوں نے اسپیشلی جتنی تواریخ لکھی ہیں وہ سب کی سب فردوسی کے شاہنامے کو مد نظر رکھ کے لکھی ہیں۔
اس کے علاوہ علی محمد خان جو ابتداً خدمت شاہ شجاع درانی میں موجود تھے اور پھر رنجیت سنگھ کے دربار سے وابستہ ہوا، انہوں نے بھی اسی دور میں اپنا معروف تذکرہ الملوک کے نام سے مرتب کیا۔ پھر بخت مل جنہوں نے دیوان امرناتھ کے دادا تھے، انہوں نے 1805 میں سر جان میلکم کے ہمراہ رنجیت سنگھ کے عہد میں وہ لاہور آئے، اور اسی موقع پر سر جان میلکم کے ایما سے انہوں نے خالصے نامے کے عنوان سے ایک تاریخ مرتب کی ہے، جس میں 1885 سے 1886 صرف ایک سال کے احوال تحریر کیے گئے ہیں۔ امرناتھ اکبری جو دینا ناتھ کے فرزند اور بخت مل کے پوتے تھے، انہوں نے ظفر نامہ اکبری بھی تحریر کیا، اور انہوں نے 1832 میں رنجیت سنگھ کے حکم سے ظفر نامہ تحریر کیا، جو پروفیسر سیتا رام کوہلی کی کوششوں سے چھپ بھی چکا ہے۔ یہ کتاب 4 حصوں پر مشتمل ہے۔ پہلا حصہ مہاراجہ رنجیت سنگھ کی زندگی، دوسرا لاہور کے باغات سے متعلق ہے، تیسرا اور چوتھا مرزا اکرام بیگ اور اخلاقیات سے مربوط ہے۔ اور یہ کتاب بھی اس حوالے سے بہت اہم ہے کہ لاہور کے باغات کے حوالے سے اتنا مفصل اس سے پہلے کسی نے تحریر نہیں کیا، اور یہ منظوم کتاب ہے۔ فارسی زبان میں کنہیا لال ہندی جیلیسری نے ایک منصور رنجیت سنگھ نامہ یا ظفر نامہ رنجیت سنگھ کے تحریر کیا تھا، جو نثر میں ہے موجود ہے، جو 1876 میں لاہور سے شائع ہوا۔ اس کے علاوہ انہوں نے اردو میں تاریخ پنجاب اور فارسی میں ہیرو رانجھا کی عشقیہ داستان بھی تحریر کی، اور اس کتاب کا نام ہے نگارین نامے، اور اس کتاب کو بھی ہم رنجیت سنگھ کے دور کی کتابوں ہی میں شمار کریں گے۔ اس دور کے ایک اور مصنف بدھا مل ہیں، جنہوں نے تاریخ بدھلاں تحریر کی۔ یہ کتاب بھی گنجینہ آذر کی جو فہرست ہے پنجاب یونیورسٹی کی، اس میں موجود ہے، اور یہ کتاب بدھوں کی تاریخ پر مبنی ہے۔ خوش وقت رائے صاحب تواریخ سنگھاں ملک پنجاب و مالوہ گزارش احوال فرقہ سکھاں یا تاریخ پنجاب کے مؤلف ہیں، اور اس تالیف کا خطی نسخہ بھی پنجاب پبلک لائبریری میں 954 نمبر پر موجود ہے۔ اس کے علاوہ برٹش میوزیم لائبریری میں 187 نمبر پر یہ کتاب بھی موجود ہے۔ اس کتاب میں پنجاب میں سکھوں کی حکومت تک رسائی کے لیے کوششوں اور رنجیت سنگھ کے عہد کی تاریخ 1811 تک تو بیان کیا گیا ہے، جو کہ 1811 ہی میں تحریر کی گئی تھی، اور سکھوں کی تاریخ کے لحاظ سے بہت اہمیت کی حامل کتاب ہے۔ گرامی نامے ایک مثنوی ہے، جس کے شاعر کے حوالے سے ہمارے پاس اطلاعات موجود نہیں ہیں، لیکن انہوں نے یہ کتاب 1247 میں یا 1247 میں رنجیت سنگھ کے لارڈ ولیم سے ملاقات کی رودات کے حوالے سے تحریر کی تھی۔ میر طبیب اللہ رختاسی شاعر نے شیر سنگھ کے عہد میں ایک مثنوی جواہر نامے تحریر کی۔ وزیری ملک کہتری جو طواب لاہور میں رہائش پذیر تھے، انہوں نے بھی 1808 میں تاریخ گوبند سنگھ سکھوں اور مقامی زمینداروں کی مبارزہ آرائی کے حوالے سے تحریر کی ہے۔ سردار لال سنگھ فرزند سردار گنڈا سنگھ جو کہ مؤلف ہیں وقائع سکھاں کے۔ اس کے علاوہ محمد یوسف یا شاہ یوسف گردیزی، انہوں نے تذکرہ ملتان یا حالات ملتان نے شہر ملتان کی تاریخ 1961 میں اسی حوالے سے بھی تحریر کی ہے۔ بہرحال آخر میں صرف مختصراً یہ کہنا چاہوں گی کہ یہ آج کی جو میری یہ ایک فہرست آپ لوگوں کے سامنے پیش کرنے کا مقصد اس دور میں لکھی گئی تواریخ کے حوالے سے ایک بیسک انفارمیشن پرووائڈ کرنا تھا، تاکہ جو ریسرچر موجود ہیں اور جو سکھ دور کی تاریخی کتب کے حوالے سے کام کرنا چاہتے ہیں، وہ اس حوالے سے انفارمیشنز ہم سے بھی کلیکٹ کر سکتے ہیں،
اور اس کے بعد اس پر ریسرچ کر سکتے ہیں. اور اہمیت کی بات یہ ہے کہ رنجیت سنگھ صاحب جن کے بارے میں یہ معروف تھا کہ شاید وہ اتنے تعلیم یافتہ نہیں تھے، لیکن انہیں علم کی اہمیت، اس دور کی زبان کی اہمیت اور اس دور کی علمی زبان کی اہمیت کا بہت شدت سے احساس تھا، اور انہیں اس بات کا احساس تھا کہ تاریخ، اپنے دور کی تاریخ کو اگر وہ زندہ رکھنا چاہتے ہیں تو انہیں تواریخ کو تحریر کرانے پر زیادہ زور دینا چاہیے. کیونکہ آج رنجیت سنگھ صاحب ہمارے درمیان موجود نہیں ہیں، لیکن ان کی یہ کتابیں ہمارے درمیان موجود ہیں جو بتاتی ہیں کہ اس دور میں کس قدر ترقی کی گئی، کس قدر علم کو اور تعلیم کو اہمیت دی گئی. اور اسی حوالے سے بات کرتے ہوئے میں ایک دفعہ پھر تمام مہمانوں کا شکریہ ادا کرنا چاہوں گی، اور احسان ندیم گورایا صاحب کا بالخصوص شکریہ ادا کرنا چاہوں گی کہ انہوں نے مجھے یہ موقع دیا کہ آپ سب کی خدمت میں پیش ہو سکوں، اور آپ سب کی سماعتوں کا شکریہ کہ جنہوں نے ایک پنجابی کے ایونٹ میں میری سلیس قسم کے اردو کو گوش گزار کیا. بہت شکریہ آپ سب کی سماعتوں کا. جی ڈاکٹر صاحب آپ سن سکتی ہیں کچھ؟ آپ کی احسان صاحب ہاں جی جناب، جی میں احسان بہت جی احسان صاحب بہت ہی خوبصورت ڈاکٹر صاحب دا پیپر سی، ریئلی انجوائڈ. کچھ سوال نے میرے ڈاکٹر صاحب نا میں بعد وچ پوچھ لاਂਗਾ، میں لکھ لیتے نے، بٹ ویری نہیں ਨਾਲ ਹੀ ਪੁੱਛ ਲਓ ਤੁਸੀਂ, ਅਸੀਂ ਨਾਲ ਹੀ ਕਰਦੇ ਜਾਂਦੇ ਹਾਂ ਕਿਉਂਕਿ ਡਾਕਟਰ ਸਾਹਿਬ ਫਿਰ ਚਲੀਆਂ ਜਾਣਗੀਆਂ, ਉਹਨਾਂ ਦਾ ਹੋਰ ਅਪਾਇੰਟਮੈਂਟ ਹੈ ਕਿਤੇ. ਤੇ ਮੈਂ ਉਹਨਾਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਨੇ ਬਹੁਤ ਸਲੀਸ ਉਰਦੂ ਦੇ ਵਿੱਚ ਪੰਜਾਬੀਆਂ ਨਾਲ ਗੱਲ ਕੀਤੀ. ਨਹੀਂ ਕੋਈ ਤੁਸੀਂ ਮਸਲਾ ਆਪਣਾ ਸਵਾਲ ਕਰ ਲਓ. میرا سوال ڈاکٹر صاحب نے کہ ڈاکٹر صاحب نے ایک روزنامچے کا ذکر کیتا ہے جڑا 1814 تو 1825 تک پنجاب یونیورسٹی دے وچ ہے. دا نمبر کی ہے اس روزنامچے دا؟ سر وہ کنہوں نے لکھا ہوا ہے، وہ کن کا ہے؟ کیونکہ ایک روزنامچہ سوال سن لیجئے. روزنامچہ صاحب کا لاہور میوزیم میں محفوظ ہے، جو سکھ ہسٹری کی لیٹر تاریخ ہے. وہ غالباً 1834 سے آگے کا ہے اور مہاراجہ کی وفات سے پہلے کا ہے، کے بعد کا ہے تھوڑا سا. تو اس میں جو ڈاؤن فال آف سکھ امپائر ہے بڑی خوبصورتی سے لکھی گئی ہے، اور اس پہ بھی آج تک ریسرچ نہیں ہوئی. تو وہ جو روزنامچہ اس کا جو پہلا حصہ تھا، میرا خیال ہے کہ ممکن ہے کہ وہ وہی روزنامچہ ہو جس کا آپ ذکر فرما رہی ہیں، جو پنجاب یونیورسٹی میں ہے. اگر اس کا نمبر عنایت کریں تو بڑی انٹرسٹنگ بات ہو سکتی ہے. سر اگر مجھے آپ اجازت دیں تو یہاں میرے پاس اس کا روزنامچے کا نمبر موجود نہیں ہے، لیکن یہ میں ضرور آپ کو پرووائڈ کر دوں گی. اور یہ کہ ایک اور جو میں آپ کی خدمت میں عرض کر رہی تھی، وہاں ایک اور روزنامچہ ہے جس کا میں اسپیشل ذکر کر رہی تھی، جو کہ اس کو سمجھنا انتہائی مشکل ہے. میں نے ان سے درخواست کی ہے جو پنجاب یونیورسٹی میں اس لائبریری کو دیکھ رہے ہیں، پرشین کے حوالے سے نعیم صاحب ہے میرا خیال ہے، کہ اس کو تھوڑے سے اس کے پیجز ہمیں ذرا وہ بھیجیں تاکہ وہ ہم ایران بھیج سکیں، کیونکہ وہ جس انداز میں لکھا گیا ہے وہ بہت ہی عجیب ہے. میں نے آج تک اس طرح سے کوئی کتاب دیکھی نہیں ہے. اور جیسے ہی وہ مجھے ملتا ہے، میں آج ہی ان سے دوبارہ ریکویسٹ کرتی ہوں کہ 3-4 پیجز ہمیں وہ بھیج دیں. میں وہ آپ سے شیئر کر لوں گی گورایا صاحب سے نمبر لے کر، تاکہ وہ ہم اس کو آپ کے بھی خدمت میں پیش کر سکیں، اور اپنے باقی جو ریسرچرز ہیں اسپیشلی جو ایران میں، کیونکہ مجھے لگتا ہے ہم لوگ اس کو نہیں پڑھ سکتے، وہ کافی ڈیفیکلٹ اور بڑی ڈفرینٹ سٹائل میں لکھی گئی ہے. ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ. ਤੁਸੀਂ ਇੰਨਾ ਇੰਟਰਸਟ ਵੀ ਕ੍ਰੀਏਟ ਕਰ ਦਿੱਤਾ ਇਹਦੇ 'ਚ ਕਿ ਅਸੀਂ ਲਾਜ਼ਮੀ ਚੀਜ਼ ਹੈ ਕਿ ਇਹਨੂੰ ਅੱਗੇ ਲੈ ਕੇ ਚੱਲਾਂਗੇ. ਹੁਣ ਮੈਂ ਚੈੱਕ ਕਰਨਾ ਚਾਹੁੰਦਾ ਹਾਂ ਕਿ ਡਾਕਟਰ ਜਸਵਿੰਦਰ ਕੌਰ ਜੀ ਇਸ ਵੇਲੇ
ਸੁਣ ਸਕਦੀਆਂ ਨੇ ਮੈਨੂੰ, ਯਾਨੀ ਲਾਈਨ ਤੇ ਨੇ ਕਿ ਨਹੀਂ? ਡਾਕਟਰ हाँ जी ਜਸਵਿੰਦਰ सर। ਕੌਰ ਜੀ, हाँ ਡਾਕਟਰ जी सर। ਜਸਵਿੰਦਰ हाँ ਕੌਰ जी। ਜੀ ਜੀ, ਮੈਂ हाँ जी। ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਰਿਸਰਚ ਚੋਂ ਸਾਡੇ ਨਾਲ ਵੀ ਕੁਝ ਸਾਂਝਾ ਕਰੋ। ਡਾਕਟਰ ਜਸਵਿੰਦਰ ਕੌਰ ठीक है ਹੁਣੀ सर। ਅਸਿਸਟੈਂਟ ਪ੍ਰੋਫੈਸਰ ਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ। ਡਾਕਟਰ ਜਸਵਿੰਦਰ ਕੌਰ ਜੀ ਜੀ। ओके। मैं सब तो पहला दयाल सिंह रिसर्च एंड कल्चरल फोरम की शुक्रगुजार हाँ, जिन्हों ने मैनू इस वेबिनार राही अपने विचार सब दे नाल सांझे करन दा मौका प्रस्तुत किया। मैं धन्नवादी हाँ इस संस्था के डायरैक्टर सत्कारयोग नदीम साहब, जो इस वैबीनार के मुख प्रबंधक भी ने। इस दे नाल ही मैं धन्नवाद करदी हाँ मानयोग डॉक्टर जसपर जी, जिन्हां दी बदौलत मैनू नदीम साहब द्वारा इस वैबीनार दे विच अपने कुछ अल्फाज सांझे करन दा मौका मिले है। आप सब नूं इस गल दा पता है कि ये संस्था है जो पिछले लंबे समय तो दुनिया भर दे पंजाबियां नूं आपस विच जोड़ के रखण, सांझे सरोकारां दी सथन ਅਤੇ ਪਿਆਰ ਦੀਆਂ ਸੁਗੰਧੀਆਂ ਵੰਡਣ ਦੇ ਲਈ ਜਿਹਦੇ ਇਸ ਚੌਥੇ ਅੰਤਰਰਾਸ਼ਟਰੀ ਵੈਬੀਨਾਰ ਦੇ ਮੌਕੇ ਤੇ ਨਦੀਮ ਸਾਹਿਬ ਵੱਲੋਂ ਬਹੁਤ ਹੀ ਖੂਬਸੂਰਤ ਤੇ ਮਹੱਤਵਪੂਰਨ ਵਿਸ਼ਾ ਚੁਣਿਆ ਗਿਆ, ਪੰਜਾਬ ਉੱਤੇ ਖਾਲਸਾ ਰਾਜ ਦੇ ਅਸਰਾਤ ਪ੍ਰਭਾਵ। ਇਸ ਸਮੇਂ हाजरीन अधिकारी शिक्षक रफीहा जी उन्हें मैं लेक्चर सुनने बहुत ही सोर्स ऑफ हिस्ट्री के बारे सत श्री अकाल ਅਤੇ ਅਦਰ ਸੈਟ ਦੁਆ ਅੱਜ ਤੱਕ ਇਤਿਹਾਸ ਨੂੰ ਪੜ੍ਹਿਆ ਡਾਕਟਰ ਸਾਹਿਬ। हाँ जी, मेरी आवाज आ रही सर? ਹੁਣ ਆਈ ਜੇ, ਬੰਦ ਹੋ ਗਈ ਸੀ ਆਵਾਜ਼ ਤੁਹਾਡੀ। हेलो ਤੁਹਾਡੇ ਕੋਈ ਪ੍ਰੋਬਲਮ ਆ ਰਿਹਾ ਹੈ सर? अचानक ਹਾਂ ਨੈਟ ਵਿੱਚ। हाँ जी सर, please, अचानक ਬੋਲੋ ਪਲੀਜ਼, ਹੁਣ ਆ ਰਹੀ ਹੈ। हाँ जी हाँ जी। ਤੇ ਮੈਂ ਕਹਿਣਾ ਚਾਹੁੰਦੀ ਸੀ ਕਿ ਜਿੰਨਾ ਵੀ ਮੈਂ ਇਤਿਹਾਸ ਪੜ੍ਹਿਆ ਸੁਣਿਆ, ਮੈਨੂੰ ਸਭ ਤੋਂ ਵੱਡਾ ਪ੍ਰਭਾਵ ਇਹੀ ਨਜ਼ਰ ਆਇਆ ਹੈਗਾ ਕਿ ਇੱਥੋਂ ਦੇ ਲੋਕਾਂ ਵਿੱਚ ਪਿਆਰ, ਇਤਫਾਕ ਅਤੇ ਭਾਈਚਾਰਾ ਸਥਾਪਿਤ ਕਰਨਾ ਇਹ ਵੱਡਾ ਪ੍ਰਭਾਵ ਸੀ ਸਿੱਖ ਰਾਜ ਦਾ ਪੰਜਾਬ ਤੇ। ਇਸ ਦੀ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ, ਜਦੋਂ ਇਸ ਦਾ ਬਾਨੀ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਤਾਂ ਸਾਰੇ ਪੰਜਾਬ ਦੇ ਸਮੁੱਚੇ ਭਾਈਚਾਰੇ, ਭਾਵੇਂ ਉਹ ਕਿਸੇ ਵੀ ਜਾਤ ਮਜ਼ਹਬ ਦੇ ਨਾਲ ਸੰਬੰਧ ਰੱਖਦਾ ਹੋਵੇ, ਉਹਨਾਂ ਵੱਲੋਂ ਵੱਡਾ ਦੁੱਖ ਪ੍ਰਗਟਾਇਆ ਗਿਆ, ਸੋਗ ਮਨਾਇਆ ਗਿਆ। ਮਹਾਰਾਜੇ ਦੇ ਦਰਬਾਰ ਦੇ ਵਿੱਚ ਸਾਰੇ ਮੰਤਰੀਆਂ ਦਾ ਇੱਕੋ ਜਿਹਾ ਮਾਣ ਤੇ ਸਤਿਕਾਰ ਹੈ ਜਿਹੜਾ ਬਹਾਲ ਸੀਗਾ, ਚਾਹੇ ਉਹ ਫਕੀਰ ਅਜ਼ੀਜ਼ੁਦੀਨ ਮਹਾਰਾਜੇ ਦਾ ਵਿਦੇਸ਼ ਮੰਤਰੀ ਹੋਵੇ ਤੇ ਭਾਵੇਂ ਦੀਵਾਨ ਮੋਹਕਮ ਚੰਦ, ਇੱਕੋ ਜਿਹਾ ਇਹਨਾਂ ਦਾ ਸਭ ਦਾ ਬਣਦਾ ਮਾਣ ਤੇ ਸਤਿਕਾਰ ਸੀ। ਮਹਾਰਾਜੇ ਦੇ ਦਰਬਾਰ ਦੇ ਵਿੱਚ ਯੋਗਤਾ ਦੇ ਅਨੁਸਾਰ ਤੇ ਸਾਰਿਆਂ ਦੇ ਲਈ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਸੀਗੀਆਂ।
ਮਹਾਰਾਜਾ ਸਾਹਿਬ ਨੇ ਸਾਂਝੀਵਾਲਤਾ ਬਣਾਈ ਰੱਖਣ ਹਿੱਤ ਗੁਰਦੁਆਰਿਆਂ, ਮੰਦਰਾਂ ਅਤੇ ਫਕੀਰਾਂ ਦੇ ਮਕਬਰਿਆਂ ਉੱਤੇ ਵੀ ਫੁੱਲ ਚੜਾਏ ਅਤੇ ਹਰ ਤਰ੍ਹਾਂ ਨਾਲ ਆਪਸੀ ਸ਼ਰਧਾ ਤੇ ਸਤਿਕਾਰ ਅਰਪਣ ਕੀਤਾ। ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮਹਾਰਾਜੇ ਦਾ ਪ੍ਰਭਾਵ ਪੰਜਾਬ ਦੀਆਂ ਸਰਹੱਦਾਂ ਲੰਘ ਕੇ ਭਾਰਤ ਵਰਸ਼ ਦੀਆਂ ਹੋਰ ਕਈ ਰਿਆਸਤਾਂ ਤੱਕ ਸੀਮਤ ਨਾ ਰਹਿ ਕੇ ਸਗੋਂ ਇਸ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਈ ਸੀ। ਇਹੀ ਕਾਰਨ ਸੀ ਕਿ ਉਸ ਕੋਲ ਜਰਨੈਲ ਬੰਸਲ ਜੋ ਮਹਾਰਾਜੇ ਦੀ ਪੈਦਲ ਫੌਜ ਨੂੰ ਸਿੱਖਿਅਤ ਕਰਦੇ ਸੀਗੇ, ਵੱਖ-ਵੱਖ ਯੂਰਪੀ ਜਰਨੈਲ ਫੌਜ ਨੂੰ ਸਿੱਖਿਅਤ ਕਰਨ ਵਾਸਤੇ ਮਹਾਰਾਜੇ ਨੇ ਕੀਤੇ ਹੋਏ ਸੀਗੇ। ਫਰਾਂਸੀਸੀ ਜਰਨੈਲ ਲਾਰਡ ਕੋਰਟ ਆਦਿ ਉਹਦੇ ਕੋਲੇ ਪਹੁੰਚੇ। ਮਹਾਰਾਜਾ ਰਾਜ ਦਾ ਪ੍ਰਭਾਵ ਅਜੇ ਤੱਕ ਕਾਇਮ ਹੈ। ਇਹ ਕਈ ਸਦੀਆਂ ਤੱਕ ਕਾਇਮ ਰਹੇਗੀ। ਗੱਲ ਕਰੀਏ ਤਾਂ ਜਦੋਂ ਖਾਲਸਾ ਰਾਜ ਵੀ ਨਾ ਰਿਹਾ, ਪੰਜਾਬ ਵੀ ਸਾਂਝਾ ਪੰਜਾਬ ਨਾ ਰਿਹਾ, ਜਦੋਂ ਉਸ ਸਮੇਂ ਵੀ ਅਸੀਂ ਸਾਰੇ ਮੁਸਲਮਾਨ ਭਰਾ, ਹਿੰਦੂ ਅਤੇ ਸਿੱਖ ਰਲ ਕੇ ਖਾਲਸਾ ਰਾਜ ਦੀਆਂ ਬਾਤਾਂ ਪਾ ਰਹੇ ਹਾਂ, ਉਹਦੇ ਪਿਆਰ ਦੇ ਲਮਹੇ ਯਾਦ ਕਰ ਰਹੇ ਹਾਂ, ਤਾਂ ਉਸ ਦਾ ਕਿੰਨਾ ਪ੍ਰਭਾਵ ਸਾਡੇ ਉੱਤੇ, ਸਾਡੇ ਪੰਜਾਬ ਤੇ, ਸਾਡੀ ਪੰਜਾਬੀਅਤ ਤੇ ਪਿਆ। ਮੈਨੂੰ ਲੱਗਦਾ ਹੈ ਕਿ ਇਹ ਉਸ ਦਾ ਜ਼ਾਹਰਾ ਰੂਪ ਹੈ। ਮੈਂ ਸਮੇਂ ਦੀ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਖਾਲਸੇ ਰਾਜ ਦੇ ਪੰਜਾਬ ਤੇ ਪ੍ਰਭਾਵ ਪਏ, ਪ੍ਰੀਤਮ ਸਿੰਘ ਕਾਸਤ ਜੋ ਕਿ ਬਹੁਤ ਵੱਡਾ ਕਵੀ ਹੈ, ਉਹਦੇ ਦ੍ਰਿਸ਼ਟੀਕੋਣ ਤੋਂ ਉਹਦੇ ਅਲਫਾਜ਼ ਜੇ ਇਜਾਜ਼ਤ ਹੋਵੇ ਤਾਂ ਸਾਂਝੇ ਕਰਾਂ। ਜੀ ਜੀ ਹਾਂਜੀ, ਕਵਿਤਾ ਦੀਆਂ ਕੁਝ ਸਤਰਾਂ। ਜੀ ਜੀ ਮੈਂ ਵਿਦਿਆਰਥੀ ਵੀ ਰਹੀ ਹਾਂ ਤੇ ਮੇਰਾ ਜੀ ਕੀਤਾ ਕਿ ਕਵੀ ਦੀਆਂ ਜੋ ਭਾਵਨਾਵਾਂ ਨੇ ਉਹ ਮੈਂ ਸ਼ੇਅਰ ਕਰ ਸਕਾਂ। ਜ਼ਰੂਰ ਜੀ, ਜ਼ਰੂਰ। ਆਵਾਜ਼ ਆ ਰਹੀ ਮੇਰੀ? ਮਹਾਰਾਜ ਹਾਂਜੀ। ਸੰਸਾਰ ਦੇ ਰਾਜਿਆਂ ਵਿੱਚ ਤੇਰੇ ਜਿਹਾ ਕੋਈ ਹੋਰ ਮਹਾਰਾਜ ਨਹੀਂ ਸੀ। ਤੇਰਾ ਤਾਜ ਸੀ, ਤਾਜ ਪੰਜਾਬੀਆਂ ਦਾ। ਤੇਰੇ ਰਾਜ ਵਿੱਚ ਕੋਈ ਬੇਮੁਹਤਾਜ ਨਹੀਂ ਸੀ। ਵਾਹ ਵਾਹ। ਸ਼ਮਾ ਵਾਂਗ ਤੂੰ ਰੋਸ਼ਨੀ ਰੇਹੋਂ ਵੰਡਦਾ, ਸ਼ਮਾ ਵਾਂਗ ਤੂੰ ਰੋਸ਼ਨੀ ਰੇਹੋਂ ਵੰਡਦਾ। ਤੇਰਾ ਰਾਜ ਹਨੇਰ ਦਾ ਰਾਜ ਨਹੀਂ ਸੀ। ਜਿਉਂ ਅੱਜ ਸਿੱਖ ਮੁਹਤਾਜ ਪਏ ਜਾਪਦੇ ਨੇ, ਜਿਉਂ ਅੱਜ ਸਿੱਖ ਮੁਹਤਾਜ ਪਏ ਜਾਪਦੇ ਨੇ, ਤੇਰੇ ਰਾਜ ਵਿੱਚ ਕੋਈ ਮੁਹਤਾਜ ਨਹੀਂ ਸੀ। ਤੇਰੇ ਰਾਜ ਵਿੱਚ ਕੋਈ ਮੁਹਤਾਜ ਨਹੀਂ ਸੀ। ਤੇਰੇ ਰਾਜ ਵਿੱਚ ਰੋਟੀ, ਮਕਾਨ, ਕੱਪੜਾ, ਇੱਜ਼ਤ, ਆਬਰੂ ਸਭ ਨੂੰ ਮਿਲੀ ਹੋਈ ਸੀ। ਇੱਜ਼ਤ, ਆਬਰੂ ਸਭ ਨੂੰ ਮਿਲੀ ਹੋਈ ਸੀ। ਤੇਰੀ ਰਾਜਨੀਤੀ ਲੁਕੀ ਛਿਪੀ ਨਹੀਂ ਸੀ। ਸੌਰੀ, ਤੇਰੀ ਰਾਜਨੀਤੀ ਲੁਕੀ ਛਿਪੀ ਨਹੀਂ ਸੀ। ਚੰਨ ਦੀ ਚਾਨਣੀ ਵਾਂਗਰਾਂ ਖਿਲੀ ਹੋਈ ਸੀ। ਅਸੀਂ ਸ਼ੇਰ, ਤੂੰ ਸ਼ੇਰਾਂ ਦਾ ਬਾਦਸ਼ਾਹ। ਅਸੀਂ ਸ਼ੇਰ, ਤੂੰ ਸ਼ੇਰਾਂ ਦਾ ਮਹਾਰਾਜਾ। ਫਿਰ ਵੀ ਲੁੱਟਿਆ ਗਿਆ ਪੰਜਾਬ ਤੇਰਾ। ਅਜੇ ਤੀਕ ਪੰਜਾਬ ਦੀ ਵੀਰ ਧਰਤੀ, ਅਜੇ ਤੀਕ ਪੰਜਾਬ ਦੀ ਵੀਰ ਧਰਤੀ ਪੈਦਾ ਕਰ ਨਾ ਸਕੀ ਜਵਾਬ ਤੇਰਾ। ਤੇਰੀ ਮੜੀ ਦੇ ਸੀਨੇ 'ਚ ਚੀਰ ਪੈ ਗਏ, ਤੇਰੀ ਮੜੀ ਦੇ ਸੀਨੇ 'ਚ ਤੀਰ ਪੈ ਗਏ, ਚੀਰ ਪੈ ਗਏ। ਜਦੋਂ ਚੀਰਿਆ ਗਿਆ ਗੁਲਾਬ ਤੇਰਾ। ਪਰ ਨਾ ਸਾਡੀ ਜ਼ਮੀਰ 'ਚ ਹੋਏ ਟੋਟੇ, ਪਰ ਨਾ ਸਾਡੀ ਜ਼ਮੀਰ 'ਚ ਹੋਏ ਟੋਟੇ। ਟੋਟੇ ਹੋ ਗਿਆ ਜਦੋਂ ਮਹਿਰਾਬ ਤੇਰਾ,
ਟੋਟੇ ਹੋ ਗਿਆ ਜਦੋਂ ਮਹਿਰਾਬ ਤੇਰਾ। ਮਹਾਰਾਜ ਬਹਾਦਰ ਪੰਜਾਬੀਆਂ ਨੇ ਤੇਰੀ ਮੂਰਤੀ ਸੀਨੇ 'ਚ ਜੜੀ ਹੋਈ ਏ, ਮੜੀ ਵਿੱਚ ਕੇਵਲ ਤੇਰੀ ਜ਼ਿੰਦਗੀ ਨਹੀਂ, ਜਿੰਦ ਸਾਰੇ ਪੰਜਾਬ ਦੀ ਮੜੀ ਹੋਈ ਏ। ਡੁੱਬੀ ਹੋਈ ਤਕਦੀਰ ਪੰਜਾਬੀਆਂ ਦੀ, ਡੁੱਬੀ ਹੋਈ ਤਕਦੀਰ ਪੰਜਾਬੀਆਂ ਦੀ, ਅੱਜ ਫੇਰ ਕਿਨਾਰੇ ਤੇ ਖੜੀ ਹੋਈ ਏ। ਅੱਧੀ ਕੱਟੀ ਹੋਈ, ਅੱਧੀ ਫਟੀ ਹੋਈ, ਫਿਰ ਵੀ ਗੁੱਡੀ ਪੰਜਾਬ ਦੀ ਚੜੀ ਹੋਈ ਏ। ਵਾਹ। ਫਿਰ ਵੀ ਗੁੱਡੀ ਪੰਜਾਬ ਦੀ ਚੜੀ ਹੋਈ ਏ। ਤੇਰੇ ਨਲੂਏ ਜਰਨੈਲ ਦੀ ਤੇਗ ਜਿਤਨਾ, ਭਾਵੇਂ ਰਹਿ ਗਿਆ ਸ਼ੇਰਾ ਪੰਜਾਬ ਤੇਰਾ। ਫਿਰ ਵੀ ਸ਼ੁਕਰ ਏ ਜ਼ਖਮ ਹਜ਼ਾਰ ਖਾ ਕੇ, ਫਿਰ ਵੀ ਸ਼ੁਕਰ ਏ ਜ਼ਖਮ ਹਜ਼ਾਰ ਖਾ ਕੇ, ਮਹਿਕਾਂ ਵੰਡਦਾ ਪਿਆ ਗੁਲਾਬ ਤੇਰਾ। ਮਹਿਕਾਂ ਵੰਡਦਾ ਪਿਆ ਗੁਲਾਬ ਤੇਰਾ। ਧੰਨਵਾਦ। ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਖੂਬ ਜੀ, ਬਹੁਤ ਖੂਬ ਜੀ। ਤੁਸੀਂ ਉਹਨਾਂ ਦੇ ਅਸਰਾਤ ਨੂੰ ਉਹਨਾਂ ਦੇ ਨਾਲ ਜੋੜ ਕੇ ਤੇ ਉਹਦੇ ਬਾਅਦ ਫਿਰ ਜਿਹੜੀ ਨਜ਼ਮ ਸੁਣਾਈ ਜੇ, ਮਜ਼ਾ ਆ ਗਿਆ ਔਰ ਹਕੀਕਤ ਸੀ ਸਾਰੀ ਇਹ। ਬਹੁਤ 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 ਧੰਨਵਾਦ ਡਾਕਟਰ ਜਸਵਿੰਦਰ ਕੌਰ ਜੀ, ਇਹ ਸਨ ਪਟਿਆਲਾ ਯੂਨੀਵਰਸਿਟੀ ਤੋਂ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਚਰਨਜੀਤ ਸਿੰਘ ਹੋਣਾ ਗਮਟਾਲਾ ਸਾਹਿਬ ਦੀ, ਇਹ ਹੈ ਨੇ ਰਾਈਟਰ ਤੇ ਆਥਰ, ਕਿਤਾਬਾਂ ਲਿਖੀਆਂ ਨੇ ਇਹਨਾਂ ਨੇ। ਡਾਕਟਰ ਚਰਨਜੀਤ ਸਿੰਘ ਜੀ। ਡਾਕਟਰ ਸਾਹਿਬ ਆਵਾਜ਼ ਆ ਰਹੀ? ਹਾਂਜੀ ਹਾਂਜੀ ਹੁਣ ਹਾਂਜੀ। ਹਾਂ ਪਹਿਲਾਂ ਤੇ ਮੈਂ ਸਾਡੇ ਨਾਲ ਸਾਂਝੇ ਕਰੋ। ਹਾਂਜੀ ਹਾਂ, ਪਹਿਲਾਂ ਤੇ ਮੈਂ ਜੀ ਆਪਣਾ ਸਭ ਨੂੰ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਕਹਿਣਾ। ਮੇਰੇ ਤੋਂ ਪਹਿਲਾਂ ਜਿਹੜੇ ਬੁਲਾਰੇ ਬਹੁਤ ਵਧੀਆ ਬੋਲੇ ਨੇ, ਤੇ ਮੈਂ ਨਾ ਗੱਲ ਕਰਨੀ ਚਾਹੁੰਦਾ ਸਾਂ, ਜਿਹੜੇ ਮੈਡਮ ਨੇ ਚਲੇ ਗਏ ਨੇ। ਤੇ ਇੱਕ ਨਾ ਕੋਈ ਕਿਤਾਬਾਂ ਨਾ ਜੀ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀਆਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਨਾ ਜੀ। ਇੱਥੇ JS ਗਰੇਵਾਲ ਜਿਹੜੇ ਸਕਾਲਰ ਨੇ, ਸਿੱਖ ਸਕਾਲਰ ਨੇ, ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ। ਇਹਦੇ ਵਿੱਚ ਨਾ ਇੱਕ ਕਿਤਾਬ ਹੈ ਮਹਾਰਾਜਾ ਰਣਜੀਤ ਸਿੰਘ ਰਾਜ ਵਿਵਸਥਾ ਅਰਥਚਾਰ ਤੇ ਸਮਾਜ, ਅੰਮ੍ਰਿਤ ਹੱਥੇ ਪਈ ਕਿਤਾਬ। ਇਹਦੇ ਮਗਰ ਨਾ ਬਹੁਤ ਵੱਡੀ ਪੁਸਤਕ ਸੂਚੀ ਦਿੱਤੀ ਹੋਈ ਹੈ ਉਹਨਾਂ ਨੇ, ਤੇ ਫਾਰਸੀ ਸਰੋਤ ਦੂਜੇ ਵੀ। ਖਾਲਸਾ ਕਾਲ 'ਚ ਬੜੀਆਂ ਖਰੜੇ ਪਏ ਹੋਏ ਨੇ। ਇਸ ਤਰ੍ਹਾਂ ਇਹਨਾਂ ਦੀਆਂ ਦੋ ਕਿਤਾਬਾਂ ਹੋਰ ਨੇ, ਜਿਹੜਾ ਜਿਵੇਂ ਉਹ ਕਿਵੇਂ ਆਮਦਨ ਹੁੰਦੀ ਸੀ, ਸਾਰਾ ਕੁਝ ਲਿਖਿਆ ਹੋਇਆ। ਅੱਛਾ, ਮੈਂ ਜੀ ਗੱਲ ਇਹ ਕਹਿਣੀ ਚਾਹੁੰਦਾ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਛੋਟਾ ਜਿਹਾ ਪਰਿਵਾਰ ਸੀਗਾ। ਦੇਖੋ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਜਾਂਦਾ ਇਸ ਪਰਿਵਾਰ ਨੂੰ, ਵੀ ਇਹ ਦੇਖੋ ਕਿੰਨੀ ਹੱਦ, ਦੇਖੋ ਕਿੰਨਾ ਏਰੀਆ ਹੈਗਾ ਸੀ ਇਹਨਾਂ ਦਾ। ਤੇ ਇਹ ਦੇਖੋ ਕਿੱਥੋਂ ਆਪਣਾ ਸ਼ੁਰੂ ਕਰਕੇ ਅਸੀਂ ਇੱਕ ਹੱਦ ਤਿੱਬਤ ਤੇ ਹਿੰਦੂ ਕੁਸ਼ ਨੂੰ ਲੱਗਦੀ ਸੀਗੀ, ਦੂਜਾ ਬੰਨਾ ਸ਼ਿਕਾਰਪੁਰ ਸਿੰਧ ਨਾਲ, ਤੀਜਾ ਸਤਲੁਜ ਤੋਂ ਲੈ ਕੇ ਅਫਗਾਨਿਸਤਾਨ ਦੇ ਪਹਾੜਾਂ ਵੀ ਦਰਾ ਖੈਬਰ ਤੱਕ ਪਹੁੰਚਦਾ ਸੀ। ਇਸੇ ਤਰ੍ਹਾਂ ਚੌਥੀ ਹੱਦ ਕੋ ਸੁਲਮਾਨ ਤੇ 5 ਨਾਤੀਕ ਸੀਗਾ, ਜਿਸ ਦਾ ਰਕਬਾ 1,45,000 ਮਰਬਾ ਮੀਲ ਬਣਦਾ ਜੀ। ਇਹਦੀ ਆਮਦਨ ਹੁੰਦੀ 103,24,75,000 ਰੁਪਏ ਸਾਲਾਨਾ ਆਮਦਨ ਹੁੰਦੀ ਸੀਗੀ। ਜਿਹੜੀ ਵੇਖਣ ਵਾਲੀ ਗੱਲ ਹੈ ਵੀ ਜਿਹੜੇ ਫੂਲਕੀਆਂ ਮਿਸਲਾਂ ਨੇ, ਕਿਉਂਕਿ ਬਿਆਸ ਤੱਕ ਸੀ ਨਾ ਜਿਨ੍ਹਾਂ ਦਾ ਰਾਜ, ਸਾਡਾ ਬਿਆਸ ਤੋਂ ਪਰੇ ਲੁਧਿਆਣਾ ਜਿਹੜਾ ਪਰੇ, ਜਦੋਂ ਆਪਣਾ ਪਰਲੇ ਪਾਸੇ ਸਤਲੁਜ ਤੱਕ ਸਤਲੁਜ ਤੱਕ ਸੀ ਇਹਨਾਂ ਦਾ, ਪਰੇ ਲੁਧਿਆਣਿਓਂ ਪਰੇ ਜਿਹੜੇ ਮਹਾਰਾਜੇ ਸਨ, ਪਟਿਆਲਾ, ਨੀਲ, ਨਾਭਾ, ਉਹਦੇ ਫੂਲਕੀਆਂ ਮਿਸਲਾਂ ਸਨ ਨਾ ਜੀ, ਉਹ ਅੰਗਰੇਜ਼ਾਂ ਦੀ ਸ਼ਰਨ ਚਲੇ ਗਈਆਂ। ਜੇ ਉਹ ਅੰਗਰੇਜ਼ਾਂ ਦੀ ਸ਼ਰਨ ਨਾ ਜਾਂਦੀਆਂ, ਮਹਾਰਾਜੇ ਦੇ ਨਾਲ ਮਿਲ ਕੇ ਚੱਲਦੀਆਂ, ਤੇ ਫਿਰ ਇਹ ਦਿੱਲੀ ਤੱਕ ਰਾਜ, ਇਹ ਖਾਲਸਾ ਰਾਜ ਹੋਣਾ ਸੀਗਾ। ਅੱਛਾ, ਇੱਕ ਗੱਲ ਵੀ ਇਹਨਾਂ ਦੀ ਦੇਖੋ, ਇਹਨਾਂ ਦੀ ਫੌਜ ਵਿੱਚ 1,23,800 ਜਵਾਨ ਪੈਦਲ ਸਨ, 384 ਵੱਡੀਆਂ ਤੋਪਾਂ ਸਨ ਇਹਨਾਂ ਕੋਲ, 400 ਛੁਤਰੀ ਗੁਬਾਰੇ ਸਨ। ਤੋਪਖਾਨਾ ਉਹ ਜਿਹੜਾ ਸੀਗਾ
ਉਹ ਜ਼ਮਾਨੇ ਸਭ ਤੋਂ ਵੱਡਾ ਤੋਪਖਾਨਾ ਜਿਹੜਾ ਸੀ ਇਹ ਇਹਨਾਂ ਕੋਲ ਸੀਗਾ। ਫਿਰ ਇਹਨਾਂ ਨੇ 43 ਯੂਰਪੀਅਨ ਅਫਸਰ ਸੀਗੇ ਔਰ ਸਿੱਖ ਹਿੰਦੂ ਮੁਸਲਮਾਨ ਸਾਰੇ ਇਹ ਇਹਨਾਂ ਦੀ ਫੌਜ ਵਿੱਚ ਸਨ। ਇਹਨਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਆ, ਇਹਨਾਂ ਨੇ ਜਿਹੜਾ ਕੋਹੀਨੂਰ ਹੀਰਾ ਹੈਗਾ ਇਹ ਸਭ ਤੋਂ ਕੀਮਤੀ ਸੀ ਉਸ ਵੇਲੇ, ਇਹਦੀ 6 ਕਰੋੜ ਰੁਪਏ ਬਣਦੀ ਹੈ। ਇਹ ਖਾਲਸਾ ਰਾਜ ਦੀ ਮਲਕੀਅਤ ਵਿੱਚ ਆਉਂਦਾ ਜੀ। ਜਿਹੜੇ ਹੈਗੇ ਆ ਜਿਹੜੇ ਫੀਲਖਾਨੇ ਵਿੱਚ ਇਹਨਾਂ ਦੇ ਕਈ ਹਜ਼ਾਰ ਹਾਥੀ ਸਨ, ਜਿਨ੍ਹਾਂ ਵਿੱਚ ਇੰਦਰ ਰਾਜ ਤੇ ਸਰਦਾਰ ਜੀ ਇਹ ਬੜੇ ਵਧੀਆ ਸਨ। ਇਸ ਤਰ੍ਹਾਂ ਹੀ ਅੰਗਰੇਜ਼ਾਂ ਨੇ ਬੜੇ ਵਿਊ ਦਿੱਤੇ ਇਹਨਾਂ ਨੇ ਵੱਖਰੇ ਵੱਖਰੇ ਘੋੜਿਆਂ ਬਾਰੇ, ਹੋਰ ਚੀਜ਼ਾਂ ਬਾਰੇ। ਇਸ ਕਰਕੇ ਇੱਕ ਇਹਨਾਂ ਨੇ ਜਿਹੜਾ ਗੱਲ ਵੇਖਣ ਵਾਲੀ ਹੈ ਵੀ ਜਿਹੜੇ ਅੰਮ੍ਰਿਤਸਰ ਸ਼ਹਿਰ ਆ ਜਿੱਥੇ ਮੈਂ ਰਹਿਣਾ, ਇਹਨਾਂ ਨੇ ਗਰਮੀਆਂ ਦੀ ਰਾਜਧਾਨੀ ਅੰਮ੍ਰਿਤਸਰ ਨੂੰ ਬਣਾਇਆ ਸੀਗਾ। ਇਹਨਾਂ ਨੇ ਇੱਥੇ ਗੁਰੂ ਰਾਮਦਾਸ ਦੇ ਨਾਂ ਤੇ ਸ਼ਾਲਾਮਾਰ ਬਾਗ ਦੇ ਪੈਟਰਨ ਤੇ ਇਹਨਾਂ ਨੇ ਉਹ ਬਾਗ ਬਣਾਇਆ, ਗੁਰੂ ਰਾਮਦਾਸ ਜੀ ਦੇ ਨਾਂ ਤੇ ਨਾਂ ਰੱਖਿਆ ਰਾਮ ਬਾਗ। ਇਹਦੇ ਵਿੱਚ ਮਹੱਲ ਸੀਗਾ ਜਿੱਥੇ ਰਹਿੰਦੇ ਹੁੰਦੇ ਸੀ, ਉੱਥੇ ਹੁਣ ਮਿਊਜ਼ੀਅਮ ਬਣਿਆ ਹੋਇਆ ਹੈ ਜੀ। ਇੱਥੇ ਬੜੇ ਐਗਰੀਮੈਂਟ ਹੋਏ ਆ ਇਹਦੇ ਨਾਲ। ਆਪਣਾ ਇੱਕ VN ਦੱਤੇ ਦੀ ਕਿਤਾਬ ਆ ਅੰਮ੍ਰਿਤਸਰ ਪਾਸਟ ਐਂਡ ਪ੍ਰੈਜ਼ੈਂਟ, ਉਹ 'ਚ ਬੜੀ ਡਿਟੇਲ ਦਿੱਤੀ ਹੋਈ ਹੈ। ਇਹਦੇ ਨਾਲ ਹੀ ਇੱਥੇ ਸਮਝੌਤਾ ਆਇਆ ਸੀ ਅੰਗਰੇਜ਼ਾਂ ਨਾਲ ਵੀ ਜਿਹੜੇ ਅੰਗਰੇਜ਼ ਨੇ ਉਹ ਇੱਧਰ ਨਹੀਂ ਆਉਣਗੇ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਨਹੀਂ ਵਧੇਗਾ। ਇਹ ਫਿਰ ਐ ਨੂੰ ਦੂਜੇ ਪਾਸੇ ਨੂੰ ਵਧੇ ਆ, ਇਸ ਪਾਸੇ ਨੂੰ ਗਿਆ ਅੰਗਰੇਜ਼ਾਂ ਦੇ ਸਾਈਡ ਨੂੰ। ਫਿਰ ਉਸ ਤੋਂ ਬਾਅਦ ਇਹਨਾਂ ਦੀ ਗੱਲ ਇਹ ਸੀ ਵੀ ਇੱਕ ਕਵੀਆਂ ਨੂੰ ਇਨਾਮ ਦਿੰਦੇ ਰਹੇ ਆ। ਡਿਟੇਲ 'ਚ ਮੈਂ ਜਾਣਾ ਨਹੀਂ ਚਾਹੁੰਦਾ। ਹਾਂਜੀ, ਕਈ ਕਵੀ ਜਿਹੜੇ ਸੀ ਕਿੱਸਾਕਾਰ ਸਨ, ਉਹਨਾਂ ਨੂੰ ਇਨਾਮ ਦਿੱਤੇ ਇਹਨਾਂ ਨੇ। ਅੱਛਾ, ਇੱਕ ਇਹਨਾਂ ਦੀ ਇਹ ਗੱਲ ਸੀ ਵੀ ਜਿਵੇਂ ਨਜ਼ੀਮ ਸਾਹਿਬ ਕਹਿ ਹੀ ਗਿਆ ਕਿ 800 ਸਾਲ ਪੰਜਾਬ ਤੇ ਹਮਲਾਵਰ ਆਉਂਦੇ ਸੀ, ਇੱਥੋਂ ਲੁੱਟਮਾਰ ਕਰਕੇ ਔਰਤਾਂ ਚੁੱਕੇ ਤੇ ਤੁਰ ਜਾਂਦੇ ਸੀਗੇ। ਇਹਨਾਂ ਤੋਂ ਬਾਅਦ ਇਹਦੀ ਜਿੱਤ ਨਹੀਂ ਪਈ। ਫਿਰ ਦੇਖੋ ਜਿਹੜੇ ਅੰਗਰੇਜ਼ ਸਨ, ਇਹਨਾਂ ਦੀ ਮੌਤ ਤੋਂ ਬਾਅਦ 10 ਸਾਲ ਸੋਚਦੇ ਰਹੇ, ਸੂਹ ਲਾਉਂਦੇ ਰਹੇ ਵੀ ਪਤਾ ਕਰੀਏ ਵੀ ਇਹਨੂੰ ਅਸੀਂ ਜੇ ਵਧੀਏ ਕਿ ਸਿੱਖ ਸਾਨੂੰ ਬਰਦਾਸ਼ਤ ਕਰਨਗੇ। ਯਾਨੀ ਇੰਨੀ ਇਹਨਾਂ ਦੀ ਦਹਿਸ਼ਤ ਸੀ, ਦੇਖ ਲਓ ਅੰਗਰੇਜ਼ਾਂ 'ਚ, ਵੀ 10 ਸਾਲ ਤੱਕ ਉਹਨਾਂ ਹਰਿਆਣੇ ਪਿਆ ਇਹ ਪਾਸੇ ਨੂੰ। ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਉਸ ਵੇਲੇ ਕਿੰਨੀ ਇਹਨਾਂ ਦੀ ਛੇ ਸੀਗੀ, ਕਿੰਨੀ ਇਹਨਾਂ ਦੀ ਦਹਿਸ਼ਤ ਸੀਗੀ ਉਸ ਵੇਲੇ। ਅੱਛਾ, ਇਹਨਾਂ ਨੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਜਿਹੜਾ ਹੈ ਇਸ ਵੇਲੇ ਤੁਸੀਂ ਦੇਖਦੇ ਦਰਬਾਰ ਸਾਹਿਬ ਸੋਨਾ ਕਹਿੰਦੇ ਜਿਹਨੂੰ ਗੋਲਡਨ ਟੈਂਪਲ ਕਹਿਣ ਲੱਗ ਪਏ ਲੋਕੀ ਹਰਿਮੰਦਰ ਸਾਹਿਬ ਨੂੰ, ਉਹ ਸਾਰੀ ਸੇਵਾ ਇਹਨਾਂ ਨੇ ਕਰਾਈ ਹੈ। ਫਿਰ ਇਹ ਜਿਹੜੀ ਸੇਵਾ ਕਰਾਉਂਦੇ ਸੀਗੇ ਇਹ ਆਪਣਾ ਨਾਮ ਲਿਖਾਇਆ ਉਹਨਾਂ ਨੇ। ਹਾਂਜੀ, ਕੋਈ ਕਹਿਣ ਲੱਗੇ ਸੀ ਵਿੱਚ ਇਹਨਾਂ ਨੇ ਜਿਹੜਾ ਉੱਥੇ ਇਹ ਲਿਖਿਆ ਵੀ ਪਰਮਾਤਮਾ ਨੇ ਮੇਰੇ ਕੋਲ ਸੇਵਾ ਕਰਾਈ, ਮਿਹਰ ਕਰਕੇ ਕਰਾਈ ਹੈ ਜੀ। ਫਿਰ ਜਿਹੜਾ ਸਿੱਕਾ ਬੰਦਾ ਸਿੰਘ ਬਹਾਦਰ ਨੇ ਚਾਲੂ ਕੀਤਾ ਸੀਗਾ, ਉਹ ਸਿੱਕਾ ਵੀ ਇਹਨਾਂ ਨੇ ਆਪਣਾ ਚਾਲੂ ਰੱਖਿਆ। ਇਸ ਕਰਕੇ ਇਹਨਾਂ ਦੇ ਜਿਹੜੇ ਮੋਹਰ ਸੀ ਉਹ ਆਪਣੇ ਨਾਂ ਦੀ ਨਹੀਂ ਬਣਾਈ, ਸਰਕਾਰ ਖਾਲਸਾ ਦੀ ਮੋਹਰ ਵਰਤੀ ਹੈ। ਜਿਹੜੇ ਸਿੱਖ ਸਨ ਉਸ ਵੇਲੇ ਸਾਰੇ 8% ਸਨ, ਸਾਰੇ 92% ਹਿੰਦੂ ਮੁਸਲਮਾਨ ਸਨ, ਲੇਕਿਨ ਸਾਰੇ ਪਿਆਰ ਕਰਦੇ ਸੀਗੇ। ਫਿਰ ਦੇਖੋ ਵੀ ਬੜੀਆਂ ਸਾਖੀਆਂ ਤੁਸੀਂ ਪੜ੍ਹਦੇ ਜੇ, ਇੱਕ ਬਜ਼ੁਰਗ ਭੇਸ ਬਦਲ ਕੇ ਫਿਰਦੇ ਰਹਿੰਦੇ ਸੀ। ਬੇਰੀਆਂ ਦੀ ਕਹਾਣੀ ਆਉਂਦੀ ਹੈ, ਬੇਰ ਰੋੜਾ ਵੱਜ ਗਿਆ ਤੇ ਬੱਚਿਆਂ ਨੂੰ ਨਾਮ ਦੇ ਦਿੱਤਾ। ਇੱਕ ਬਜ਼ੁਰਗ ਸੀ, ਕਾਲ ਪੈ ਗਿਆ, ਅਨਾਜ ਖੋਲਤਾ। ਹੁਣ ਕੌਣ ਕਰਨ ਡਿਆ? ਦੇਖੋ ਸਾਡੇ ਆ ਲੋਕਡਾਊਨ ਹੋਇਆ, ਲੋਕ ਭੁੱਖੇ ਮਰ ਗਏ ਸਾਰੇ, ਲੇਕਿਨ ਕਿਸੇ ਨੇ ਆਪਣਾ ਕਿਸੇ ਨੇ ਸਾਰ ਨਹੀਂ ਲਈ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਾਲ ਪੈਂਦਾ ਸੀ ਉਹ ਦਰਵਾਜ਼ੇ ਖੋਲ ਦਿੰਦੇ ਸਨ। ਫਿਰ ਦੇਖੋ ਗੁਜਰਾਂਵਾਲਾ ਇਹਨਾਂ ਦੇ ਪਹਿਲਾਂ ਸੀਗੀ, ਇਹਨਾਂ ਦਾ ਹੈੱਡਕੁਆਟਰ ਸੀ, ਫਿਰ ਇਹਨਾਂ ਨੇ ਹੈੱਡਕੁਆਟਰ ਲਾਹੌਰ ਲੈਣ ਦਾ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਸਾਨੂੰ ਜਿਹੜੀਆਂ ਇਸ ਵੇਲੇ ਸਾਨੂੰ ਜਿਹੜੀ ਸੇਧ ਲੈਣ ਦੀ ਲੋੜ ਹੈਗੀ ਆ ਵੀ ਸਾਨੂੰ ਜਿਹੜੀ ਚਾਹੀਦਾ ਹੈ ਵੀ ਅਸੀਂ ਸਾਰੇ ਇਹਨਾਂ ਤੋਂ ਸੇਧ ਲੈ ਕੇ ਜਿਹੜੀ ਸਾਡੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ। ਇਹ ਦੇਖੋ ਵੀ ਇਹਨਾਂ ਨੇ ਕੋਈ ਇੱਥੇ ਇਹ ਵੇਸਵਾਲ ਚਲੇ ਗਏ, ਇਹ ਰਾਮਬਾਗ ਦੇ ਵਿੱਚ ਅੰਦਰ ਵੇਸਵਾ ਦਾ ਹੁੰਦਾ ਸੀ, ਇਹਨੇ ਸ਼ਿਕਾਇਤ ਕਰਤੀ ਤੇ ਕਾਲੀ ਫੂਲਾ ਸਿੰਘ ਜਹੇਦਾਰ ਹੁੰਦੇ ਸੀਗੇ ਤੇ ਉਹਨਾਂ ਨੂੰ ਸ਼ਿਕਾਇਤ ਕਰਤੀ। ਉਹਨਾਂ ਨੇ ਸੱਦ ਲਿਆ, ਇਹ ਪੇਸ਼ ਹੋ ਕੇ ਜਾ ਕੇ ਉੱਥੇ ਫਿਰ ਦਰਖਤ ਨਾਲ
ਉਹਨਾਂ ਕਹਾ ਬੰਨੋ ਇਹਨਾਂ ਨੂੰ ਗੋਲੀ ਮਾਰ ਗਈ। ਇਹਨਾਂ ਨੇ ਸਜ਼ਾ ਪ੍ਰਵਾਨ ਕਰ ਲਈ, ਕਮੀਜ਼ ਆਪਣੇ ਥਾਂ ਲਓ ਜੀ, ਹਾਜ਼ਰ ਹੋ ਗਏ। ਮਤਲਬ ਕਿੰਨੀ ਵੱਡੀ ਗੱਲ ਹੈ, ਯਾਨੀ ਕਿ ਜਿਹੜੀ ਹਉਮੈ ਨਹੀਂ ਸੀ ਉਹਨਾਂ 'ਚ ਹੈਗੀ, ਕਿੰਨੀ ਉਹਨਾਂ ਦੇ ਵਿੱਚ ਨਿਮਰਤਾ ਸੀਗੀ। ਉਹਨਾਂ ਕਿਹਾ ਵੀ ਇਸ ਕਰਕੇ ਉਹ 5 ਕਰੋੜ ਦੇ ਮਾਰੇ ਗਏ, ਲੇਕਿਨ ਉਹ ਸਮਝੇ ਗਏ ਵੱਜ ਗਏ। ਇਸ ਕਰਕੇ ਮੇਰੇ ਕਹਿਣ ਦਾ ਭਾਵ ਹੈ ਵੀ ਅੱਜ ਲੋਕੀ ਹਉਮੈ ਦੇ ਮਾਰੇ ਅੱਜ ਦੁਨੀਆ 'ਚ ਵੱਡੇ ਜਿਹੜੇ ਨੇ, ਉਹ ਸਮਝੋ ਵੀ ਹਿਟਲਰ ਵਰਗੇ, ਮੁਸੋਲਿਨੀ ਵਰਗੇ ਜਿਹੜੇ ਨੇ ਬੜੇ ਜ਼ਾਲਮ ਹੋਏ ਨੇ, ਰਾਜੇ ਜਿਹੜੇ ਹੋਏ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੇਧ ਮਿਲਦੀ ਹੈ ਵੀ ਅਸੀਂ ਨਿਮਰਤਾ ਰਹੀਏ। ਬਾਕੀ ਜਿਹੜੀ ਲਿਟਰੇਚਰ ਦੀ ਗੱਲ ਮੈਡਮ ਕਹਿ ਗਏ ਨੇ, ਇਹਦਾ ਫਾਰਸੀ ਜਿਹੜਾ ਹੈ ਸਾਹਿਤ, ਉਹਦੇ ਵਿੱਚ ਤੋਂ ਇਲਾਵਾ ਬਾਕੀ ਨਾ ਬੜੇ ਕਿਤਾਬਾਂ ਬੜੀਆਂ ਲਿਖੀਆਂ ਜਾ ਰਹੀਆਂ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ। ਇਸ ਤਰ੍ਹਾਂ ਹੀ ਜਿਹੜੇ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਆਪਣਾ ਇਨਾਮ ਦਿੰਦੇ ਸੀ। ਹਾਂਜੀ, ਹਾਸ਼ਮ ਨੇ ਕਿੱਸਾ ਲਿਖਿਆ, ਉਹਨਾਂ ਨੂੰ ਹਾਸ਼ਮ ਨੂੰ ਇਨਾਮ ਦਿੱਤਾ ਉਹਨਾਂ ਨੇ। ਇਸ ਕਰਕੇ ਜਿਹੜਾ ਹੈ ਜੰਗਨਾਮਾ ਸਿੰਘਾਂ ਦੇ ਫਰੰਗੀਆਂ, ਜਿਹੜਾ ਉਹ ਸਾਡੇ ਇੱਥੇ ਵਡਾਲਾ ਹੈਗਾ, ਸਾਡੇ ਮਜੀਠੇ ਲਾਗੇ ਅੰਮ੍ਰਿਤਸਰ ਦੇ ਕੋਲ, ਉਹਨਾਂ ਨੇ ਸ਼ਾਹ ਮੁਹੰਮਦ ਨੇ ਉਹ ਕਿੱਸਾ ਲਿਖਿਆ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਦਾ। ਉਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਪੰਜਾਬ ਕਿਹਾ, ਰਾਜ ਨੂੰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹਾਂਜੀ, ਇਸ ਕਰਕੇ ਇਹ ਜਿਹੜਾ ਇਸ ਤਰ੍ਹਾਂ ਹੀ ਮੈਂ ਤੁਹਾਡਾ ਬਹੁਤ ਰਿਣੀ ਹੈ ਗੁਰਾਇਆ ਸਾਹਿਬ ਦਾ, ਵੀ ਇਹ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਥੇ ਲਿਆਉਂਦੇ ਨੇ, ਮੇਲ ਕਰਾਉਂਦੇ, ਨਵੇਂ ਟੌਪਿਕ ਲਿਆਉਂਦੇ ਨੇ ਜਿਨ੍ਹਾਂ ਦੀ ਇਸ ਵੇਲੇ ਬੜੀ ਲੋੜ ਆ। ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹਦੀ ਬੜੀ ਲੋੜ ਹੈ, ਅਤੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ। ਅਤੇ ਇਸ ਤਰ੍ਹਾਂ ਹੀ ਆਸ ਕਰਦੇ ਹਾਂ ਵੀ ਅਸੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਰਹੀਏ। ਅਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਧੰਨਵਾਦ ਜੀ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਜੀ। ਤੁਸੀਂ ਖਾਸ ਤੌਰ 'ਤੇ ਸ਼ੇਰੇ ਪੰਜਾਬ ਦੀ ਜ਼ਾਤੀ ਜ਼ਿੰਦਗੀ 'ਚ ਉੱਤੇ ਜੋ ਕੁਛ ਲਿਖਿਆ ਉੱਤੇ ਬੜਾ ਅੱਛਾ ਸਾਰਾ ਰੋਸ਼ਨੀ ਉੱਤੇ ਪਾਈ ਜੇ। ਅਤੇ ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਕੋਲ 2 ਇਸ ਵੇਲੇ ਅਜੇ ਤੱਕ ਸ਼ਾਮਲ ਹੀ ਨਹੀਂ ਹੋ ਸਕੇ ਸਾਡੇ ਨਾਲ ਕਿਸੇ ਖਾਸ ਵਜ੍ਹਾ ਨਾਲ, ਅਤੇ ਮੈਂ ਬੇਨਤੀ ਕਰਾਂਗਾ, ਰਿਕੁਐਸਟ ਕਰਾਂਗਾ ਜਨਾਬ ਫਕੀਰ ਸੈਫੁਦੀਨ ਸਾਹਿਬ ਦੀ। ਉਹ ਡਾਇਰੈਕਟਰ ਨੇ ਫਕੀਰ ਖਾਨਾ ਮਿਊਜ਼ੀਅਮ ਦੇ, ਜਿਹੜਾ ਇੱਕ ਇਕਲੌਤਾ ਆਪਣੀ ਤਰਜ਼ ਦਾ ਮਿਊਜ਼ੀਅਮ ਹੈ। ਅਤੇ ਵੱਡੀ ਚੀਜ਼ ਕਿ ਇਹ ਉਹਨਾਂ ਦੇ ਖਾਨਵਾਦੇ 'ਚੋਂ ਨੇ ਜਿਹੜੇ ਸ਼ੇਰੇ ਪੰਜਾਬ ਦੇ ਨਾਲ ਰਹੇ, ਜਨਾਬ ਫਕੀਰ ਸੈਫੁਦੀਨ ਸਾਹਿਬ ਜੀ। ਸਾਰੇ ਦੋਸਤਾਂ ਨੂੰ अस्सलाम वालेकुम। ਤੇ ਮੈਂ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਨਾ ਦਿਆਲ ਸਿੰਘ ਰਿਸਰਚ ਇੰਸਟੀਚਿਊਟ ਦਾ, ਜਿਹਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਕੁਝ ਆਪਣੇ ਖਿਆਲਾਤ, ਕੁਝ ਆਪਣੀ ਸੋਚ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ। ਤੇ ਇਹਸਾਨ ਨਦੀਮ ਸਾਹਿਬ ਦਾ ਖਾਸ ਤੌਰ ਤੇ ਪਰਸਨਲੀ ਸ਼ੁਕਰੀਆ। ਤੇ ਬੜੀ ਖੂਬਸੂਰਤ ਗੁਫ਼ਤਗੂ ਹੋਈ, ਡਾਕਟਰ ਸਾਹਿਬਾ ਨੇ ਪਹਿਲੇ ਕੀਤੀ, ਫਿਰ ਸਾਡੀ ਇੱਕ ਭੈਣ ਜਿਹੜੀ ਪਟਿਆਲਾ ਤੋਂ ਬੋਲ ਰਹੇ ਸਨ, ਉਹਨਾਂ ਨੇ ਬੜੀ ਖੂਬਸੂਰਤ ਨਜ਼ਮ ਸੁਣਾਈ। ਤੇ ਡਾਕਟਰ ਸਾਹਿਬ ਨੇ, ਡਾਕਟਰ ਚਰਨਜੀਤ ਸਿੰਘ ਜੀ ਨੇ ਬੜਾ ਖੂਬਸੂਰਤ, ਬਹੁਤ ਅੱਛੇ ਅੰਦਾਜ਼ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੇ ਇੱਕ ਰੋਸ਼ਨੀ ਪਾਈ। ਸਾਡਾ ਉਨਵਾਨ ਹੈ ਗਾਲਿਬਨ, ਜਿਹੜਾ ਮੈਂ ਉਸ ਤੇ ਹੀ ਡਰਨਾ ਚਾਹੁੰਦਾ ਅੱਜ, ਉਨਵਾਨ ਹੈ ਕਿ ਇੰਟਰਫੇਥ ਹਾਰਮਨੀ ਕੀ ਸੀ, ਸਿੱਖਾਂ ਦਾ ਤੇ ਮੁਸਲਮਾਨਾਂ ਦਾ, ਜਾਂ ਬਾਕੀ ਹਿੰਦੂ ਜਿਹੜੇ ਸਨ ਸਾਰੇ ਉਸ ਜ਼ਮਾਨੇ 'ਚ ਕਿਸ ਤਰ੍ਹਾਂ ਰਹਿੰਦੇ ਸਨ, ਕੀ ਸਿਲਸਿਲਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਇਹਦੇ ਉੱਤੇ ਕੀ ਪਾਲਿਸੀ ਸੀ। ਸਭ ਤੋਂ ਪਹਿਲੇ ਬੜੀ ਇੰਪੋਰਟੈਂਟ ਗੱਲ ਹੈ ਕਿ ਅਸੀਂ ਤਾਰੀਖ ਤੋਂ ਸਿੱਖਣਾ ਹੈ। ਵੀ ਗੋਟ ਟੂ ਲਰਨ ਫਰੋਮ ਦੀ ਹਿਸਟਰੀ, ਦਿਸ ਇਜ਼ ਵੈਰੀ ਇੰਪੋਰਟੈਂਟ। ਤੇ ਜਿਸ ਲਈ ਅਸੀਂ ਗੌਰ ਕਰਨੀ ਹੈ ਮਹਾਰਾਜ ਦੇ ਦੌਰ ਨੂੰ ਦੇਖਦੇ ਹਾਂ ਤਾਂ ਇਟ ਵਾਸ ਅ ਬਿਊਟੀਫੁਲ ਸੈਕੂਲਰ ਪੀਰੀਅਡ, ਇਟਸ ਅ ਗੋਲਡਨ ਪੀਰੀਅਡ ਔਨ ਪੰਜਾਬ। ਬਹੁਤ ਹੀ ਸੁਨਹਿਰਾ ਦੌਰ ਸੀ ਪੰਜਾਬ ਦਾ, ਜਿਹਦੇ ਵਿੱਚ ਮੇਰੇ ਬਜ਼ੁਰਗਾਂ ਨੇ ਉਹਨਾਂ ਦੀ ਖਿਦਮਤ ਕੀਤੀ, ਪੰਜਾਬ ਦੀ ਖਿਦਮਤ ਕੀਤੀ, ਮਹਾਰਾਜ ਦੀ ਖਿਦਮਤ ਕੀਤੀ। ਉਹ ਜਿਹੜੀ ਖਿਦਮਤ ਹੈ ਅੱਜ ਤੱਕ 6 ਨਸਲਾਂ ਤੋਂ ਚੱਲਦੀ ਆ ਰਹੀ ਹੈ। ਸਾਡਾ ਜਿਹੜਾ ਅਜਾਇਬ ਘਰ ਹੈ ਉਹਦੇ ਵਿੱਚ ਮੇਰੇ ਬਜ਼ੁਰਗਾਂ ਦੀ ਅੱਜ ਵੀ ਬੇਸ਼ੁਮਾਰ ਯਾਦਦਾਸ਼ਤਾਂ ਮੌਜੂਦ ਨੇ। ਤੇ ਉਹਨਾਂ ਯਾਦਦਾਸ਼ਤਾਂ ਨੂੰ ਜਿਸ ਲਈ ਮੈਂ ਪੜ੍ਹਨਾ, ਸਿੱਖਣਾ, ਤੇ ਉਹ ਜਿਸ ਲਈ ਐਕਸਪਲੇਨ ਕਰਨਾ, that is not written in the books anymore। ਅੱਜ ਤੱਕ ਲਿਖੀ ਨਹੀਂ ਗਈਆਂ, ਬੜੀ ਕਮਾਲ ਯਾਦਦਾਸ਼ਤਾਂ ਨੇ।
ਇੱਕ ਸਪੀਕਰ ਨੇ ਬੜੇ ਅੱਛੇ ਤਰੀਕੇ ਨਾਲ ਦੱਸਿਆ ਕਿ ਸੂਫੀਆ ਤੇ ਔਲੀਆਂ ਦੇ ਮਜ਼ਾਰ ਨੂੰ ਪ੍ਰੀਜ਼ਰਵ ਕੀਤਾ। ਲਾਹੌਰ ਸ਼ਹਿਰ ਦੀ ਮੇਰੇ ਕੋਲ ਇੱਕ ਡਾਕੂਮੈਂਟ ਹੈ ਜਿਹੜਾ ਸਕਰੋਲ ਹੈ ਜਿਹਦੇ ਵਿੱਚ ਮੌਜੂਦ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਸ਼ਹਿਰ ਦੀ ਤਮਾਮ ਮਸਾਜਿਦ ਨੂੰ ਇੱਕ ਫਹਿਰਿਸਤ ਬਣਵਾਈ। ਇੱਕ ਲੰਬੀ ਇੱਕ ਸਕਰੋਲ ਮੌਜੂਦ ਹੈ ਜਿਹਦੇ ਵਿੱਚ ਕੋਈ ਤਕਰੀਬਨ 400 ਤੋਂ ਜ਼ਿਆਦਾ ਇੰਪੋਰਟੈਂਟ ਪਲੇਸਿਸ ਆਫ ਮੁਸਲਿਮਸ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਬਾਕਾਇਦਾ ਗ੍ਰਾਂਟਸ ਦਿੰਦਾ ਸੀ। ਤੇ ਕੀ ਗ੍ਰਾਂਟ ਸੀ? ਬਾਦਸ਼ਾਹ ਮਸਜਿਦ ਦੀ ਗ੍ਰਾਂਟ ਜੀ 47 ਰੁਪਏ ਮਾਹਵਾਰ ਸੀ, 47 ਰੁਪੀਸ ਪਰ ਮੰਥ। ਤੇ ਜ਼ਰਾ ਅੰਦਾਜ਼ਾ ਕਰ ਲਓ ਕਿ ਉਸ ਵੇਲੇ ਸੋਨੇ ਦਾ ਜਿਹੜਾ ਰੇਟ ਸੀ 7 ਰੁਪਏ ਤੋਲਾ ਸੀ। ਜਿਸ ਲਈ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਿਜ਼ ਲਾਹੌਰ ਤੇ ਤਸ਼ਰੀਫ ਲਿਆਉਂਦੇ ਨੇ, ਲਾਹੌਰ ਨੂੰ ਤੇ ਆਪਣਾ ਰਾਜ ਕਾਇਮ ਕਰਦੇ ਨੇ। ਤੇ ਉਸ ਵੇਲੇ ਸੋਨੇ ਦਾ ਰੇਟ ਸੀ 7 ਰੁਪਏ ਤੋਲਾ ਤੇ ਮਹਾਰਾਜਾ ਦੀ ਡੈਥ ਦੇ ਉੱਤੇ ਸੋਨੇ ਦਾ ਰੇਟ ਸੀ 7 ਰੁਪਏ ਤੋਲਾ। 40 ਸਾਲ ਦੌਰ ਦੇ ਵਿੱਚ ਇਨਫਲੇਸ਼ਨ ਦੇਖੋ, ਸਿਲਸਿਲਾ ਦੇਖੋ ਕਿ ਕਿੰਨਾ ਰਿਚ ਸੀ ਪੰਜਾਬ। ਤੇ ਇੱਕ ਆਮ ਸਿਪਾਹੀ ਦੀ ਜਿਹੜੀ ਤਨਖਾਹ ਸੀ ਉਹ 1 ਤੋਲੇ ਦੇ ਬਰਾਬਰ ਸੀ। ਮਿਨੀਮਮ ਤਨਖਾਹ 7 ਰੁਪਏ ਸੀ। ਤੇ ਜਿਸ ਤਰ੍ਹਾਂ ਤਰੱਕੀ ਕਰਦਾ ਜਾਂਦਾ ਸੀ ਉਹ 23 ਰੁਪਏ 25 ਰੁਪਏ 35 ਰੁਪਏ ਤੇ ਉਸ ਤੋਂ ਬਾਅਦ ਉੱਤੇ ਚਲਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਬੇਸ਼ੁਮਾਰ ਕਹਾਣੀਆਂ ਨੇ। ਇੱਕ ਕਹਾਣੀ ਜਿਹੜੀ ਮੈਂ ਤੁਹਾਨੂੰ ਹੁਣ ਛੋਟੀ ਜਿਹੀ ਸਟੋਰੀ ਸੁਣਾਣਾ। ਜਿਸ ਤਰ੍ਹਾਂ ਡਾਕਟਰ ਚਰਨਜੀਤ ਜੀ ਨੇ ਕਿਹਾ ਕਿ ਜੀ ਮਹਾਰਾਜਾ ਨੇ ਗੋਲਡਨ ਟੈਂਪਲ ਨੂੰ ਗੋਲਡਨ ਕੀਤਾ, ਉਸ ਤੇ ਸੋਨਾ ਚੜਾਇਆ। ਇਹ ਨਾ ਭੁੱਲੋ ਕਿ ਉਹਦਾ ਜਿਹੜਾ ਦਰਸ਼ਨੀ ਡਿਓੜੀ ਦਾ ਜਿਹੜਾ ਦਰਵਾਜ਼ਾ ਹੈ ਉਹ ਦਰਵਾਜ਼ਾ ਡਾਕਟਰ ਸਾਹਿਬ ਤੁਹਾਡੀ ਖidmat ਵਿੱਚ ਅਰਜ਼ ਹੈ, ਉਹ ਜਿਹੜਾ ਦਰਵਾਜ਼ਾ ਹੈ ਮੈਂ ਭੁੱਲ ਗਿਆ। ਸੋਮਨਾਥ ਮੰਦਿਰ ਦਾ ਜਿਹੜਾ ਅਫਗਾਨਿਸਤਾਨ ਤੋਂ ਉਹਨਾਂ ਨੇ ਰੈਸਕਿਊ ਕਰਕੇ ਵਾਪਸ ਮੰਗਵਾਇਆ ਸੀ ਤੇ ਸੋਮਨਾਥ ਮੰਦਿਰ ਦੇ ਪੁਜਾਰੀਆਂ ਨੂੰ ਬਕਾਇਦਾ ਲਾਹੌਰ ਤੋਂ ਖਤ ਕੀਤਾ ਸੀ ਕਿ ਅਸੀਂ ਤੁਹਾਡਾ ਦਰਵਾਜ਼ਾ ਵਾਪਸ ਭੇਜ ਰਹੇ ਹਾਂ। ਤੇ ਉਹਨਾਂ ਨੇ ਦਰਵਾਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਦੇ ਬੜੇ ਐਫਰਟ ਲੱਗੇ ਸਨ। ਹੀ ਵਾਸ ਬੜਾ ਅਫਸੋਸ ਕੀਤਾ ਕਿ ਯਾਰ ਮੈਂ ਤੇ ਦਰਵਾਜ਼ਾ ਨਹੀਂ ਮੁਸ਼ਕਿਲ ਪਾਇਆ। ਤੇ ਇਹ ਦਰਵਾਜ਼ਾ ਜਿਹੜਾ ਹੈ ਸੋਮਨਾਥ ਦੇ ਮੰਦਿਰ ਦੇ ਪੁਜਾਰੀ ਲੈਣਾ ਨਹੀਂ ਚਾਹੁੰਦੇ ਤੇ ਉਹਨਾਂ ਨੇ ਇਹ ਦਰਵਾਜ਼ਾ ਦੁਬਾਰਾ ਦਰਸ਼ਨੀ ਜੋੜੀ ਤੇ ਪਲੇਸ ਕਰਾਇਆ ਸੀ। ਇਹ ਬੜੀ ਵੱਡੀ ਗੱਲ। ਮੈਂ ਤੁਹਾਨੂੰ ਲਾਹੌਰ ਦਾ ਕਿੱਸਾ ਸੁਣਾਉਣਾ ਚਾਹ ਰਿਹਾ ਡਾਕਟਰ ਚਰਨ ਜੀ, ਤੁਸੀਂ ਬੜਾ ਇੰਜੋਏ ਕਰੋਗੇ ਇਹ ਗੱਲ। ਸਾਡੇ ਲਾਹੌਰ ਦੇ ਵਿੱਚ ਅੰਦਰੂਨ ਸ਼ਹਿਰ ਦੇ ਵਿੱਚ ਇੱਕ ਬਾਗ ਹੈ ਜਿਹੜਾ ਗੁਰੂ ਰਾਮਦਾਸ ਜੀ ਦਾ ਬਾਗ ਹੈ। ਗੁਰੂ ਰਾਮਦਾਸ ਜੀ ਅਕਸਰ ਸ਼ਾਮ ਨੂੰ ਉਸ ਬਾਗ ਵਿੱਚ ਬਹਿੰਦੇ ਸਨ ਤੇ ਉਹਨਾਂ ਦੇ ਸਾਰੇ ਮੁਰੀਦ, ਉਹਨਾਂ ਦੇ ਭਗਤ ਸਾਰੇ ਉਹਨਾਂ ਦੇ ਕੋਲ ਜਮਾ ਹੋ ਜਾਂਦੇ ਸਨ। ਤੋਂ ਗੁਰੂ ਰਾਮਦਾਸ ਜੀ ਦਾ ਬਾਗ ਤੋਂ ਮਸ਼ਹੂਰ ਰਿਹਾ। ਤੇ ਉਸ ਤੋਂ ਬਾਅਦ ਫਿਰ ਉਹਦਾ ਨਾਂ ਪੈ ਗਿਆ ਮੁਗਲ ਦੌਰ ਦੇ ਵਿੱਚ ਬੌਲੀ ਬਾਗ। ਉੱਥੇ ਇੱਕ ਬੌਲੀ ਬਣੀ, ਇੱਕ ਖੂਹ ਬਣਿਆ ਜਿਹਦੇ ਵਿੱਚ ਉਹ ਸੀੜੀਆਂ ਥੱਲੇ ਜਾਂਦੀਆਂ ਸਨ। ਤੇ ਲੇਟਰ ਮੁਗਲ ਪੀਰੀਅਡ ਦੇ ਵਿੱਚ ਉਸ ਬਾਗ ਦੇ ਇੱਕ ਕੋਨੇ ਤੇ ਇੱਕ ਮਸਜਿਦ ਤਾਮੀਰ ਹੋ ਗਈ। ਮੀਰ ਮਨੂੰ ਦੇ ਗਵਰਨਰ ਸਨ ਬਾਅਦ ਵਿੱਚ ਜਿਹੜੇ ਆਏ ਨੇ ਬਿਕਾਰੀ ਖਾਨ ਨੇ ਇੱਕ ਮਸਜਿਦ ਤਾਮੀਰ ਕਰ ਦਿੱਤੀ। ਉਹ ਬਾਗ ਦੀ ਨੁੱਕਰ ਤੇ ਸੀ, ਉਹ 2 ਮੰਜ਼ਿਲਾ ਮਸਜਿਦ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਚੱਲ ਰਿਹਾ ਸੀ ਤੇ ਅੰਮ੍ਰਿਤਸਰ ਤੋਂ ਕੁਝ ਅਕਾਲੀ ਗਏ ਆਪ ਦੇ ਦਰਬਾਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਗੁਰੂ ਰਾਮਦਾਸ ਜੀ ਦਾ ਬਾਗ ਦਿਓ, ਅਸੀਂ ਇੱਥੇ ਇਬਾਦਤ ਸ਼ੁਰੂ ਕਰਨੀ। ਤੇ ਮਹਾਰਾਜਾ ਨੇ ਕਿਹਾ ਖਿਆਲ ਤੇ ਬੜਾ ਅੱਛਾ ਹੈ। ਤੇ ਉਸ ਬਾਗ ਦੀ ਸਨਤ ਲਿਖ ਦਿੱਤੀ ਉਹਨਾਂ ਅਕਾਲੀਆਂ ਨੂੰ। ਤੇ ਉਹ ਅਕਾਲੀ ਥੋੜੇ ਜਿਹੇ ਸ਼ਰਪਸੰਦ ਵੀ ਸਨ। ਉਹਨਾਂ ਨੇ ਕੀਤਾ ਕਿ ਬਾਗ ਤੇ ਆਪਣਾ ਕਬਜ਼ਾ ਜਮਾ ਲਿਆ ਤੇ ਨਾਲ ਮਸਜਿਦ ਤੇ ਵੀ ਕਾਬਿਜ਼ ਹੋ ਗਏ ਤੇ ਮਸਜਿਦ ਨੂੰ ਗਾਏ ਦੇ ਗੋਬਰ ਨਾਲ ਲੇਪ ਦਿੱਤਾ। ਇਹ ਬੜਾ ਇੰਟਰਸਟਿੰਗ ਕਿੱਸਾ ਸਰ, ਇਹ ਸੁਣਨ ਵਾਲਾ ਹੈ। ਤੇ ਜਿਸ ਵੇਲੇ ਮਸਜਿਦ ਨੂੰ ਗਾਏ ਦੇ ਗੋਬਰ ਨਾਲ ਲੇਪ ਦਿੱਤਾ ਤੇ ਉੱਥੇ ਉਸ ਜ਼ਮਾਨੇ ਦੇ ਵਿੱਚ ਜਿੰਨੇ ਮੁਸਲਮਾਨ ਸਨ ਉਹਨਾਂ ਨੂੰ ਬੜਾ ਗੁੱਸਾ ਚੜ ਗਿਆ, ਜਿਹਦੇ ਵਿੱਚ ਜਨਰਲ ਇਲਾਹੀ ਬਖਸ਼ ਪੇਸ਼ ਸਨ। ਤੇ ਜਨਰਲ ਇਲਾਹੀ ਬਖਸ਼ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੇ ਇੰਚਾਰਜ ਸਨ, ਉਹਨਾਂ ਨੇ ਕੀ ਕੀਤਾ ਕਿ ਆਪਣਾ ਰੈਜ਼ਿਗਨੇਸ਼ਨ ਮਹਾਰਾਜ ਨੂੰ ਭੇਜ ਦਿੱਤਾ। ਗੌਸੇ ਖਾਨ ਨੇ ਵੀ ਆਪਣਾ ਰੈਜ਼ਿਗਨੇਸ਼ਨ ਭੇਜ ਦਿੱਤਾ। ਬਹੁਤ ਸਾਰੇ ਆਫਿਸਰਸ ਨੇ ਆਪਣਾ ਰੈਜ਼ਿਗਨੇਸ਼ਨ ਭੇਜਤਾ ਕਿ ਅਸੀਂ ਤੇਰੇ ਨਾਲ ਕੰਮ ਨਹੀਂ ਕਰ ਸਕਦੇ। ਮਹਾਰਾਜਾ ਨੇ ਕਿਹਾ ਮਸਲਾ ਕੀ ਹੈ? ਉਹਨੇ ਕਿਹਾ ਤੂੰ ਸਾਡੀ ਮਸਜਿਦ ਅਕਾਲੀਆਂ ਨੂੰ ਦੇਤੀ ਤੇ ਉਹਨਾਂ ਨੇ ਉੱਥੇ ਗੋਬਰ ਲਾਤਾ। ਉਹਨੇ ਕਿਹਾ ਮੈਂ ਤੇ ਕੋਈ ਮਸਜਿਦ ਅਕਾਲੀਆਂ ਨੂੰ ਨਹੀਂ ਦਿੱਤੀ। ਕਹਿੰਦੇ ਜੀ ਇਹ ਦੇਖੋ ਉਹਨਾਂ ਦੇ ਕੋਲ ਸਨਦ ਹੈ। ਜਿਸ ਨੇ ਸਨਦ ਦੇਖੀ ਤਾਂ ਬਾਗ ਦੀ ਸਨਦ ਸੀ, ਮਸਜਿਦ ਦਾ ਤੇ ਜ਼ਿਕਰ ਹੀ ਨਹੀਂ ਸੀ। ਮਹਾਰਾਜਾ ਨੇ
ਆਪਣਾ ਜਿਹੜਾ ਹੁਕਮਨਾਮਾ ਸੀ ਉਹ ਵਾਪਸ ਲਿਆ ਤੇ ਉਸ ਮਸਜਿਦ ਨੂੰ ਗੁਲਾਬ ਦੇ ਅਰਕ ਨਾਲ ਵਾਸ਼ ਕਰਾਇਆ ਤੇ ਮੁਸਲਮਾਨਾਂ ਦੇ ਵਾਪਸ ਹਵਾਲੇ ਕੀਤੀ। ਮੁਸਲਮਾਨਾਂ ਦੇ ਦਿਲ ਵਿੱਚ ਬੜੀ ਖਾਰ ਸੀ ਕਿ ਦੇਖੋ ਇਹਨਾਂ ਨੇ ਮਸਜਿਦ ਅਕਾਲੀਆਂ ਨੂੰ ਦੇਤੀ ਤੇ ਮੁਸਲਮਾਨ ਠੰਡੇ ਨਹੀਂ ਸਨ ਹੁੰਦੇ। ਫਕੀਰ ਅਜ਼ੀਜ਼ੁਦੀਨ ਸਾਹਿਬ ਹੀ ਵਾਸ ਨਾਟ ਹੇਅਰ ਇਨ ਲਾਹੌਰ, ਉਹ ਕਿਸੇ ਸਰਕਾਰੀ ਡਿਊਟੀ ਤੇ ਕਿਸੇ ਹੋਰ ਸ਼ਹਿਰ ਗਏ ਸਨ। ਉਹਨਾਂ ਨੂੰ ਫੌਰਨ ਬੁਲਾਇਆ ਗਿਆ ਕਿ ਇਸ ਮਾਮਲੇ ਨੂੰ ਠੰਡਾ ਕੀਤਾ ਜਾਏ। ਜਿਸ ਨੂੰ ਵਾਪਸ ਤਸ਼ਰੀਫ ਲਿਆਏ ਨੇ ਤੇ ਮਹਾਰਾਜਾ ਨਾਲ ਗੱਲ ਹੋਈ ਹੈ ਤੇ ਇਹ ਸਾਰਾ ਕੁਝ ਰਿਵਰਟ ਹੋ ਕੇ ਸਾਰਾ ਮੁਸਲਮਾਨਾਂ ਨੂੰ ਵਾਪਸ ਮਸਜਿਦ ਮਿਲੀ। ਤੇ ਮੁਸਲਮਾਨਾਂ ਦਾ ਗੁੱਸਾ ਠੰਡਾ ਕਿਉਂ ਨਹੀਂ ਹੋ ਰਿਹਾ, ਮਹਾਰਾਜ ਪੁੱਛਦੇ ਨੇ ਤੇ ਫਕੀਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਦਾ ਗੁੱਸਾ ਕਿਸ ਤਰ੍ਹਾਂ ਠੰਡਾ ਹੋ ਸਕਦਾ ਹੈ ਕਿ ਜੀ ਇਸ ਤਰ੍ਹਾਂ ਠੰਡਾ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਗੋਲਡਨ ਟੈਂਪਲ ਤੇ ਗੋਲਡ ਚੜਾਇਆ ਜੇ, ਇਸ ਮਸਜਿਦ ਦੇ ਗੁੰਬਦਾਂ ਤੇ ਵੀ ਗੋਲਡ ਚੜਾਓ ਤੇ ਮੁਸਲਮਾਨ ਠੰਡੇ ਹੋ ਜਾਣਗੇ। ਤੇ ਉਸ ਮਸਜਿਦ ਦੇ 3 ਗੁੰਬਦ ਨੇ, ਉਹਨਾਂ ਤੇ ਗੋਲਡ ਚੜਾਇਆ ਗਿਆ ਮਹਾਰਾਜ ਸਰਕਾਰ ਵੱਲੋਂ ਤੇ ਅੱਜ ਉਹ ਸੁਨਹਿਰੀ ਮਸਜਿਦ ਕਹਿਲਾਂਦੀ ਹੈ। ਇਸ ਤਰ੍ਹਾਂ ਸੀ ਉਹ ਰਾਜ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਸਨ। ਤੇ ਜਿਸ ਲਈ ਅਸੀਂ ਮਹਾਰਾਜ ਦੀ ਗੱਲ ਕਰ ਰਹੇ ਹਾਂ, ਕਈ ਕਿੱਸੇ ਬੇਸ਼ੁਮਾਰ ਕਿੱਸੇ ਐਸੇ ਨੇ। ਕੁਰਾਨ ਪਾਕ ਦਾ ਕਿੱਸਾ ਮੈਂ ਅਕਸਰ ਸੁਣਾਇਆ ਕਿ ਮਹਾਰਾਜਾ ਦੇ ਦੌਰ ਦੇ ਵਿੱਚ ਪਹਿਲੀ ਵਾਰੀ ਕੁਰਾਨ ਪਾਕ ਪੰਜਾਬੀ ਦੇ ਵਿੱਚ ਤਰਜਮਾ ਹੋਇਆ, ਮਸਜਿਦਾਂ ਨੂੰ ਪ੍ਰੀਜ਼ਰਵ ਕੀਤਾ ਗਿਆ। ਮਦਰਸਿਆਂ ਦੇ ਬੜਾ 4 ਵੱਡੇ ਮਦਰਸੇ ਸਨ ਜੀ ਲਾਹੌਰ ਵਿੱਚ, ਜਿਹਦੇ ਵਿੱਚ ਫਾਰਸੀ ਦੀ, ਅਰਬੀ ਦੀ, ਹੋਰ ਮੁਖਤਲਿਫ ਜ਼ਬਾਨਾਂ ਦੀ ਤਾਲੀਮ ਦਿੱਤੀ ਜਾਂਦੀ ਸੀ। ਤੇ ਉਹਨਾਂ 'ਚ ਇੱਕ ਮਦਰਸਾ ਸੀ ਮੋਰਾ ਸਰਕਾਰ ਦਾ, ਜਿਹਦਾ ਇੰਚਾਰਜ ਸੀ ਜਾਨ ਮੁਹੰਮਦ। ਉਹਦੇ ਵਿੱਚ ਰਿਕਾਰਡ ਤੇ ਗੱਲ ਹੈ ਕਿ ਉਹਦੇ ਵਿੱਚ ਕੋਈ ਤਕਰੀਬਨ 1100 ਬੱਚੇ ਮੁਖਤਲਿਫ ਟਾਈਮਾਂ 'ਚ ਜਾ ਕੇ ਪੜ੍ਹਦੇ ਸਨ, ਤਾਲੀਮ ਦਿੰਦੇ ਸਨ। ਤੇ ਫਕੀਰ ਖਾਨੇ ਦਾ ਇੱਕ ਮਦਰਸਾ ਸੀ ਜਿਹਦੇ ਵਿੱਚ 400 ਤੋਂ ਜ਼ਿਆਦਾ ਬੱਚਿਆਂ ਦਾ ਬੋਰਡਿੰਗ ਲੌਜਿੰਗ ਦਾ ਸਿਲਸਿਲਾ ਸੀ ਕਿ ਉਹਨਾਂ ਦੇ ਕੱਪੜੇ ਵੀ, ਕਿਉਂਕਿ ਉਸ ਜ਼ਮਾਨੇ ਜਿਹੜੀ ਤਾਲੀਮ ਸੀ ਉਹ ਫ੍ਰੀ ਦਿੱਤੀ ਜਾਂਦੀ ਸੀ ਤੇ ਇਹ ਮਦਰਸੇ ਦੇ ਓਨਰਸ ਆਪਣੀ ਜੇਬ ਤੋਂ they used to continue ਤਾਲੀਮ ਦਿਲਵਾਉਂਦੇ ਸਨ। ਬਹਰਹਾਲ that was a golden period sir of ਮਹਾਰਾਜਾ ਰਣਜੀਤ ਸਿੰਘ। ਬੇਸ਼ੁਮਾਰ ਕਿੱਸੇ ਨੇ ਉਹਨਾਂ ਦੇ, ਕੋਈ ਮੈਂ ਜ਼ਿਆਦਾ ਵਕਤ ਨਹੀਂ ਲੈਣਾ ਚਾਹੁੰਦਾ। ਕੋਈ ਸਵਾਲ ਹੋਵੇ ਤਾਂ ਜ਼ਰੂਰ ਪੁੱਛ ਲਓ। ਤੇ ਮੈਂ ਬਹੁਤ ਧੰਨਵਾਦ, and I'm so grateful ਕਿ ਅੱਜ ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਸਕਿਆ ਜੀ। ਖਾਨ ਸਾਹਿਬ over to you sir। बहुत बहुत मेहरबानी जी जी फकीर सैफुद्दीन साहब जी। कोई सवाल है जी डॉक्टर चरणजीत जी? उन्होंने खोल लेना आवाज नहीं आ रही। ਹੁਣ ਆ ਰਹੀ ਜੀ ਆਵਾਜ਼? हाँ जी हुण आ रही, हुण आ रही। ਅੱਛਾ, ਇੱਥੇ ਨਾ ਮੇਰਾ ਡਾਕੂਮੈਂਟ ਪਿਆ ਕਿ ਮੇਰੇ ਕੋਲ, ਉਹ 'ਚ ਕਿਹਾ ਜਾਂਦਾ ਵੀ ਅੰਗਰੇਜ਼ਾਂ ਨੇ ਕਿਹਾ ਵੀ ਜਿੰਨੀਆਂ ਇੱਥੇ ਆਂਦੇ ਵੀ ਏਡੀ ਵਧੀਆ ਪੜ੍ਹਾਈ ਸੀਗੀ ਮਦਰਸਿਆਂ ਦੇ ਵਿੱਚ, ਬਹੁਤ ਹੀ ਮਹਾਰਾਜਾ ਰਣਜੀਤ ਸਿੰਘ ਟਾਈਮ ਤੇ ਕਹਿੰਦੇ ਅੰਗਰੇਜ਼ਾਂ ਨੇ ਕਿਹਾ ਵੀ ਜਿੰਨਾ ਲਿਟਰੇਚਰ ਸਾਰੇ ਅੱਗ ਲਾ ਦਿਓ, ਸਾੜ ਦਿਓ, ਸਾਰੇ ਇਨਾਮ ਰੱਖਤੇ ਵੀ ਜਿਹੜਾ ਕਿਤਾਬ ਲਿਆਏਗਾ ਨਾ ਸਾੜਨ ਵਾਸਤੇ ਇਨਾਮ ਦੇਵਾਂਗੇ। ਕਿਤਾਬਾਂ ਛਪਾਈਆਂ ਗਈਆਂ। ਇਹਦੇ ਬਾਰੇ ਦੱਸੋ ਮੈਨੂੰ, ਇਹਦੇ ਬਾਰੇ ਕੋਈ ਜਾਣਕਾਰੀ ਹੈ? ਜੀ ਇਹ ਕਿੱਸਾ ਬੜਾ ਖੂਬਸੂਰਤ ਹੈ ਜੀ। ਸਾਡੇ ਕੋਲ ਪੰਜਾਬ, ਮੈਂ ਐਕਚੁਅਲੀ ਇਹ ਗੱਲ ਤੁਸੀਂ ਪੁੱਛਿਆ ਸਵਾਲ ਤੇ ਮੈਂ ਤਾਂ ਜਵਾਬ ਦੇਣਾ। ਇਹ ਸਾਡੀ ਜਿਹੜੀ ਡਾਕਟਰ ਰੁਬੀਨਾ ਨੇ, ਜਿਹੜੀ ਥਰੂ ਨਹੀਂ ਹੋ ਸਕੀ ਨੈਟ ਦੀ ਵਜ੍ਹਾ ਨਾਲ, ਉਹਨਾਂ ਨੇ ਪੇਪਰ ਵੀ ਲਿਖਿਆ, ਬਲਕਿ ਉਹ ਮੇਰੀ ਸ਼ਾਗਿਰਦ ਵੀ ਨੇ, ਉਹਨਾਂ ਨੂੰ ਸਿਖਾਇਆ ਵੀ ਹੈ ਸਾਰਾ। ਪੰਜਾਬ ਦੇ ਵਿੱਚ ਲਿਟਰੇਸੀ ਰੇਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਪੰਜਾਬ ਦੇ ਡਾਕਟਰ ਲੋਗਨ ਰਿਪੋਰਟ ਹੈ ਜੀ ਉੱਥੇ ਪੰਜਾਬ ਆਰਕਾਈਵਸ ਦੇ ਵਿੱਚ। ਤੇ ਜਿਸ ਵੇਲੇ ਅੰਗਰੇਜ਼ ਆਏ ਨੇ, ਅੰਗਰੇਜ਼ ਰਿਪੋਰਟਿੰਗ ਬੜੀ ਅੱਛੀ ਕਰਦੇ ਸਨ ਤੇ ਇਹਨਾਂ ਨੂੰ ਇੱਥੇ ਕੋਈ ਵੱਡੀ ਯੂਨੀਵਰਸਿਟੀ ਨਜ਼ਰ ਨਹੀਂ ਆ ਰਹੀ। ਛੋਟੇ ਛੋਟੇ ਮਦਰਸੇ ਬਣੇ ਨੇ, ਕੋਈ ਗੁਰਦੁਆਰਿਆਂ 'ਚ ਬਣੇ ਨੇ, ਕੁਛ ਮਸਜਿਦਾਂ 'ਚ ਬਣੇ ਨੇ। ਉਹਨੇ ਕਿਹਾ ਯਾਰ ਇੱਥੇ ਜਾਹਿਲ ਕੌਮ ਹੈ ਪੰਜਾਬੀ, ਇਹਨਾਂ ਦਾ ਹਿਸਾਬ ਕਿੰਨੇ ਲੋਕ ਪੜ੍ਹੇ ਲਿਖੇ ਨੇ। ਤੇ ਜਿਸ ਲਈ ਉਹ ਰਿਪੋਰਟਿੰਗ ਹੋਈ ਹੈ, ਰਿਪੋਰਟ ਉਹਨਾਂ ਦੇ ਸਾਹਮਣੇ ਆਈ ਤੇ ਉਹਨਾਂ ਦੇ ਹੋਸ਼ ਉੜ ਗਏ। ਉਹ ਦੇਖ ਕੇ ਹੈਰਾਨ ਹੋ ਗਏ ਕਿ ਲਾਹੌਰ ਦੇ ਵਿੱਚ 82 ਕਿ 83% ਲੋਕ ਉਹ ਸਨ ਜਿਹੜੇ ਫਾਰਸੀ ਲਿਖ ਬੋਲ ਤੇ ਪੜ੍ਹ ਸਕਦੇ ਸਨ। ਤੇ ਓਵਰਆਲ ਪੰਜਾਬ ਦੇ ਵਿੱਚ 76% people can read in Persian and write in Persian। ਅੱਛਾ, ਹਾਂਜੀ, ਬੜੀ ਹੈਰਾਨਕੁਨ ਗੱਲ ਹੈ। ਇਹ ਕਿਸ ਤਰ੍ਹਾਂ ਹੋਇਆ? ਸਾਡੀ ਗੁਫ਼ਤਗੂ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸਨ, ਬਿਲਕੁਲ ਠੀਕ ਹੈ, ਮਗਰ ਉਹ ਇਲਮ ਦੋਸਤ, ਉਹਨਾਂ ਦਾ ਕਮਾਲ ਐ ਸੀ ਕਿ ਉਹ ਇਲਮ ਨਾਲ ਪਿਆਰ ਕਰਦੇ ਸਨ।
ਤੇ ਮਹਾਰਾਜਾ has developed a beautiful library for himself, ਇੱਕ ਬੜੀ ਖੂਬਸੂਰਤ ਲਾਇਬ੍ਰੇਰੀ ਫਕੀਰ ਅਜ਼ੀਜ਼ੁਦੀਨ ਤੇ ਫਕੀਰ ਨੂਰੁਦੀਨ ਸਾਹਿਬ ਨੇ ਉਹਨਾਂ ਨੂੰ ਇੱਕ ਲਾਇਬ੍ਰੇਰੀ ਬਣਾ ਕੇ ਦਿੱਤੀ ਸੀ। ਉਸ ਲਾਇਬ੍ਰੇਰੀ ਦਾ ਬਕਾਇਦਾ ਫਹਿਰਿਸਤ ਮੌਜੂਦ ਹੈ। ਇਹ ਲਾਇਬ੍ਰੇਰੀ ਮਹਾਰਾਜਾ ਤੋਂ ਬਾਅਦ ਕਿੱਥੇ ਗਈ, ਕਿੱਥੇ ਪਹੁੰਚੀ, ਉਹ ਕਿਤਾਬਾਂ ਕਿੱਥੇ ਨੇ, ਉਹ ਲਿਸਟ ਮੌਜੂਦ ਹੈ। ਉਹ ਟ੍ਰੇਸੇਬਲ ਹੈ। ਬੁੱਕਸ ਗਾਲਿਬਨ ਕੁਝ ਇੱਕ ਵਾਰੀ ਇੰਡੀਆ ਗਈ, ਇੰਡੀਆ ਤੋਂ ਵਾਪਸ ਪੰਜਾਬ ਵਿੱਚ ਆ ਗਈ, ਇੱਥੇ ਲਾਹੌਰ ਆ ਗਈ, ਲਾਹੌਰ ਵਿੱਚ ਇੱਕ ਇਦਾਰੇ ਨੂੰ ਦਿੱਤੀ। ਉਹ ਇਦਾਰਾ ਕਦੀਮ ਇਦਾਰਾ ਸੀ, ਅੱਲਾ ਆਲਮ ਉਹਨਾਂ ਕੋਲ ਲਾਇਬ੍ਰੇਰੀ ਹੈ ਕਿ ਨਹੀਂ ਹੈ। ਬਹਰਹਾਲ ਉਸ ਦਾ ਜ਼ਿਕਰ ਆਉਂਦਾ ਹੈ, ਮੌਜੂਦ ਹੈ, ਉਹ ਤਲਾਸ਼ ਵੀ ਕੀਤਾ ਜਾਂਦਾ। ਤੇ ਮਹਾਰਾਜ ਦੇ ਕੋਲ ਬੜੀ ਖੂਬਸੂਰਤ ਕਿਤਾਬਾਂ ਸਨ। ਤੇ ਮਹਾਰਾਜ ਦੁਪਹਿਰ ਨੂੰ ਜਿਸ ਵੇਲੇ ਆਰਾਮ ਫਰਮਾਉਂਦੇ ਸਨ ਤੇ ਆਪਣੇ ਮੁਨਸ਼ੀਆਂ ਨੂੰ ਕਹਿੰਦੇ ਕਿਤਾਬ ਕੱਢ ਲਿਆ, ਤੇ ਉਹ ਕਿਤਾਬ ਹੀ ਯੂਜ਼ਡ ਟੂ, ਉਹ ਕਿਤਾਬ ਸੁਣਦੇ ਸਨ। ਤੇ ਸ਼ਾਮ ਦਾ ਜਿਸ ਵੇਲੇ ਦਰਬਾਰ ਲੱਗਦਾ ਸੀ ਤੇ ਹੀ ਯੂਜ਼ਡ ਟੂ ਡਿਸਕਸ ਔਨ ਦ ਬੁੱਕ ਕਿ ਅੱਜ ਮੈਂ ਇਹ ਚੈਪਟਰ ਹੈ ਤੇ ਫਕੀਰ ਸਾਹਿਬ ਇਹਦੇ ਬਾਰੇ ਕੀ ਕਿਹਾ। ਤੇ ਇਹ ਬੜਾ ਇੰਟਰਸਟਿੰਗ ਗੱਲ ਹੈ। ਇੱਕ ਦਿਨ ਮਹਾਰਾਜਾ ਨੇ ਆਪਣੇ ਵਜ਼ੀਰ ਤਾਲੀਮ ਫਕੀਰ ਨੂਰੁਦੀਨ ਨੂੰ ਕਿਹਾ ਕਿ ਖਲੀਫਾ ਨੂਰੁਦੀਨ ਸਾਹਿਬ, ਕਿੰਨਾ ਚੰਗਾ ਹੋਵੇ ਕਿ ਮੈਨੂੰ ਲੋਕੀ ਅਰਜ਼ੀ ਲਿਖ ਕੇ ਭੇਜਣ। ਤੇ ਉਹਨੇ ਕਿਹਾ ਜੀ ਹੋ ਜਾਏਗਾ। ਤੇ ਉਹਨਾਂ ਨੇ ਇੱਕ ਕਾਇਦਾ ਬਣਾਇਆ। ਉਹਨਾਂ ਦਾ ਫਕੀਰ ਨੂਰੁਦੀਨ ਸਾਹਿਬ ਦਾ ਪਬਲਿਸ਼ਿੰਗ ਹਾਊਸ ਸੀ। ਉਸ ਕਾਇਦਾ ਦਾ ਨਾਮ ਹੈ ਕਾਇਦਾ ਨੂਰ। ਅੱਛਾ, ਉਹਦੇ ਵਿੱਚ ਮਾਂ ਬੋਲੀ ਤੋਂ ਫਾਰਸੀ ਕਿਸ ਤਰ੍ਹਾਂ ਪੜ੍ਹਨੀ ਹੈ, ਤੇ ਚਾਹੇ ਉਰਦੂ ਡਾਇਲੌਗ ਹੋਵੇ ਕਿ ਚਾਹੇ ਤੇ ਮਾਂ ਬੋਲੀ ਤੋਂ ਫਾਰਸੀ ਕਿਸ ਤਰ੍ਹਾਂ ਪੜ੍ਹਨੀ ਹੈ। ਤੇ ਉਹ ਕਾਇਦੇ ਜਿਹੜੀ ਤਾਰੀਖ, ਜਿਹੜਾ ਟਾਈਮ ਸੀ, that was 3 months, 3 ਮਹੀਨੇ ਦੇ ਵਿੱਚ ਤੁਸੀਂ ਫਾਰਸੀ ਲਿਖ ਬੋਲ ਤੇ ਪੜ੍ਹ ਸਕਦੇ ਸੋ। ਉਹ ਕਾਇਦਾ ਦੀ 5000 ਕਾਪੀਆਂ ਬਣੀਆਂ ਤੇ 5000 ਕਾਪੀਆਂ ਨੂੰ ਉਹਨਾਂ ਨੇ ਪੂਰੇ ਪੰਜਾਬ ਦੇ ਨੰਬਰਦਾਰਾਂ ਨੂੰ ਤਕਸੀਮ ਕੀਤਾ। ਇਹ ਦੇਖੋ ਇਹਦੀ ਐਡਮਿਨਿਸਟ੍ਰੇਸ਼ਨ ਦੀ ਕੁਆਲਿਟੀ ਦੇਖਣਾ। ਤੇ 5000 ਕਾਪੀਆਂ ਜਿਸ ਵੇਲੇ ਤਕਸੀਮ ਹੋਈਆਂ ਤੇ ਨਾਲ ਇੱਕ ਸਰਕਾਰੀ ਖਤ ਲਿਖਿਆ ਗਿਆ ਕਿ 3 ਮਹੀਨੇ ਚ ਇਹ ਕਾਇਦਾ ਖਤਮ ਕਰਕੇ ਜਿਹੜਾ ਫਾਰਸੀ ਪੜ੍ਹ ਬੋਲ ਸਕਦਾ ਹੈ ਉਹ ਫੌਰਨ ਖਤ ਲਿਖ ਦੇਵੇ, ਜਿਹੜਾ ਨਹੀਂ ਪੜ੍ਹ ਬੋਲ ਸਕਦਾ ਤੇ ਉਹ ਮੈਨੂੰ ਖਤ ਲਿਖੇ ਕਿ 3 ਮਹੀਨੇ ਚ ਇਹ ਕਾਇਦਾ ਖਤਮ ਕਰੇ ਤੇ ਇਹਦੀ 5 ਕਾਪੀਆਂ 5 ਬੰਦਿਆਂ ਨੂੰ ਭੇਜੇ ਤੇ ਉਹਨਾਂ ਦੇ ਨਾਂ ਪਤੇ ਲਿਖੇ ਕਿ ਅਸੀਂ ਫਿਰ ਉਹਨਾਂ ਕੋਲੋਂ ਪੁੱਛ ਸਕੀਏ। ਉਹ ਕਾਇਦਾ ਮਲਟੀਪਲਾਈ ਹੁੰਦਾ ਹੈ ਜੀ। ਉਹ ਕਾਇਦਾ ਜਲਦੀ ਮਲਟੀਪਲਾਈ ਹੁੰਦਾ ਹੈ। ਤੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ 73 ਕੇ 76% ਲੋਕ ਫਾਰਸੀ ਲਿਖ ਬੋਲ ਪੜ੍ਹ ਸਕਦੇ ਸਨ। ਉਹ ਕਾਇਦਾ ਦਾ ਨਾਂ ਸੀ ਕਾਇਦਾ ਨੂਰ। ਉਸ ਤੋਂ ਬਾਅਦ ਉਸ ਕਾਇਦੇ ਦੇ ਵਿੱਚ ਇੱਕ ਛੋਟਾ ਜਿਹਾ ਆਖਰ ਦੇ ਵਿੱਚ ਸਿੰਪਲ ਅਰਿਥਮੈਟਿਕ ਸੀ, ਜਮਾ ਖਰਚ ਤੇ ਤਕਸੀਮ ਕਿਸ ਤਰ੍ਹਾਂ ਕਰਨਾ ਹੈ। ਸੋ ਪੰਜਾਬ ਪੜ੍ਹਾ ਲਿਖਾ ਹੋ ਗਿਆ ਮਹਾਰਾਜਾ ਦੇ ਦੌਰ ਵਿੱਚ। ਇਹ ਬੜੀ ਖੂਬਸੂਰਤ ਗੱਲ ਹੈ। ਅੰਗਰੇਜ਼ ਜਿਸ ਲਈ ਆਂਦਾ ਹੈ ਤੇ ਜਿਸ ਲਈ ਇੱਕ ਆਲਰੇਡੀ 3 ਜੰਗਾਂ ਹੋ ਚੁੱਕੀਆਂ ਨੇ, ਇੱਕ ਸਿੱਖਾਂ ਦੀ ਆਪਸ ਵਿੱਚ ਪੰਜਾਬ ਵਿੱਚ ਲਾਹੌਰ ਦੇ ਵਿੱਚ ਗੁਲਾਬ ਸਿੰਘ ਤੇ ਉਹਨਾਂ ਦੀ ਸ਼ੇਰ ਸਿੰਘ ਦੇ ਦਰਮਿਆਨ, ਉਸ ਤੋਂ ਬਾਅਦ 2 ਅੰਗਰੇਜ਼ਾਂ ਦੇ ਨਾਲ ਜੰਗਾਂ। ਪੰਜਾਬ ਵਾਸ ਵੈਰੀ ਵੀਕ ਇਨ ਦੋ। ਤੇ ਜਿਸ ਲਈ 1857 ਦਾ ਵਾਕਿਆ ਹੋਇਆ, ਪੂਰੇ ਪੰਜਾਬ ਕੋਲੋਂ ਇਹ ਤਲਵਾਰਾਂ ਤੇ ਉਹਨਾਂ ਦੇ ਔਜ਼ਾਰ ਤਲਵਾਰ ਜ਼ਬਤ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਤਲਵਾਰ ਤੇ 8 ਆਨੇ ਮਿਲਦੇ ਸਨ ਤੇ ਕਾਇਦਾ ਜਿਹਦੇ ਕੋਲ ਉਹ ਵੀ ਵਾਪਸ ਤੇ ਕਾਇਦੇ ਨੂੰ 1 ਰੁਪਇਆ ਦਿੰਦੇ ਸਨ। ਸੋ ਉਹ ਕਾਇਦਾ ਸਾਡੇ ਅੰਦਾਜ਼ੇ ਦੇ ਮੁਤਾਬਿਕ ਉਹ ਕਾਇਦਾ ਸਾਰਾ ਜਲ ਗਿਆ। ਅੱਜ ਇੱਕ ਵੀ ਕਾਪੀ ਮੌਜੂਦ ਨਹੀਂ। ਬੜੀ ਤਲਾਸ਼ ਹੈ, ਕੋਈ ਬੋਝਾ ਹੀ ਹੋਏਗਾ ਕੋਈ ਕਾਪੀ ਮਿਲ ਜਾਏ ਤੇ ਇੱਕ ਬੜੀ ਵੱਡੀ ਹੈ, ਬਹੁਤ ਬੜਾ एहसान ਹੋਏਗਾ ਪੰਜਾਬ ਤੇ ਦੁਬਾਰਾ ਉਹ ਕਾਇਦਾ ਅਗਰ ਦੁਬਾਰਾ ਨਜ਼ਰ ਆ ਜਾਏ। ਉਹ ਬਹਰਹਾਲ ਅੰਗਰੇਜ਼ਾਂ ਨੇ ਉਸ ਕਾਇਦੇ ਨੂੰ ਜਲਾਇਆ ਤੇ ਇਹ ਚੀਜ਼ ਮੌਜੂਦ ਹੈ, ਇਹ ਰਿਕਾਰਡ ਤੇ ਪੰਜਾਬੀ ਅਨਪੜ੍ਹ ਸੀ ਜੀ। ਪੰਜਾਬ ਬਿਲਕੁਲ ਬਿਲਕੁਲ ਠੀਕ ਜੀ। ਇਹ ਨਾ ਅੰਗਰੇਜ਼ ਨੇ ਕਿਤਾਬ ਲਿਖੀ, ਉੱਤੇ ਲਿਖਿਆ ਜੀ ਉਹਨੇ ਕਿ ਅੰਗਰੇਜ਼ ਨੇ ਕਿਤਾਬ ਲਿਖੀ ਹੈ, ਉੱਥੇ ਉਹ ਕਿਤਾਬ ਲਿਖੀ ਅੰਗਰੇਜ਼ ਨੇ, ਉਹਨੇ ਮੈਂਸ਼ਨ ਕੀਤਾ ਇਹੋ ਗੱਲ ਵੀ ਪੰਜਾਬ ਪੜ੍ਹਾ ਲਿਖਿਆ ਸੀ, ਇਹਨਾਂ ਕਿਤਾਬਾਂ ਸੁਲਵਾਈਆਂ ਅੰਗਰੇਜ਼ਾਂ ਨੇ। ਚਰਨਜੀਤ ਜੀ, ਇਹ ਰਿਕਾਰਡਡ ਚੀਜ਼ ਹੈ ਕਿ ਪੰਜਾਬ ਉਹਨਾਂ ਦਿਨਾਂ ਦੇ ਵਿੱਚ ਪੜ੍ਹਿਆ ਲਿਖਿਆ ਸੀ, ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਸੀ। ਇਹਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ। ਇੱਕ ਗੱਲ ਮੈਂ ਕਹਿੰਦੀ, ਜਿਹੜਾ ਮਹਾਰਾਜਾ ਰਣਜੀਤ ਸਿੰਘ ਬਾਰੇ ਨਾ ਜੀ, ਜੋ ਮੈਂ ਪੜ੍ਹਿਆ, ਹਰਪਾਲ ਸਿੰਘ ਪੰਨੂ ਦੀ ਕਿਤਾਬ ਆ, ਉਹ ਕਹਿੰਦੇ ਵੀ ਇਹ ਸਕੂਲ ਭੇਜਦੇ ਸੀ ਇਹਨੂੰ ਤੇ ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨਾਲ ਖੇਡ ਸ਼ਿਕਾਰ ਜਾਂਦੇ, ਸ਼ਿਕਾਰ ਦੇ ਵਿੱਚ ਸ਼ੌਕੀਨ ਸੀ। ਇਹ ਸਕੂਲ ਗਏ ਤੇ ਹਾਂਜੀ ਤੇ 6 ਸਾਲ ਤੇ ਲੜਾਈ ਸ਼ੁਰੂ ਕਰ ਲਈ ਇਹਨਾਂ ਨੇ। ਇਹ ਚੱਲਦਾ ਰਹੇਗਾ ਜੀ, ਚੱਲਦਾ ਰਹੇਗਾ। ਚਲੋ ਹਾਂਜੀ ਹਾਂਜੀ, ਸਵਾਲ ਜਵਾਬ ਮੇਰੇ ਖਿਆਲ ਫਿਰ ਕਰ ਲਾਂਗੇ ਅਸੀਂ। ਜਸਵੀਰ ਕੌਰ ਸਾਹਿਬਾ ਤਸ਼ਰੀਫ ਰੱਖੀ ਨੇ। ਡਾਕਟਰ ਜੀ, ਜਸਵੀਰ ਜੀ
ਤੁਸੀਂ ਮੈਨੂੰ ਸੁਣ ਰਹੇ ਜੀ? ਡਾਕਟਰ ਜਸਵੀਰ ਕੌਰ ਜੀ, ਆਵਾਜ਼ ਨਹੀਂ ਆ ਰਹੀ ਉਹਨਾਂ ਨੂੰ? ਆਵਾਜ਼ ਨਹੀਂ ਆ ਰਹੀ, ਪਰ ਹੈਗੇ ਆਨਲਾਈਨ ਹੀ ਹੈ, ਆਨਲਾਈਨ ਹੈ। ਮੈਸੇਜ ਦੇਖਾ ਉਹਨੂੰ। ਡਾਕਟਰ ਜਸਵੀਰ ਕੌਰ ਜੀ ਸੁਣ ਸਕਦੇ ਜੇ ਮੈਨੂੰ? ਡਾਕਟਰ ਜਸਵੀਰ ਕੌਰ ਜੀ ਸੁਣ ਸਕਦੇ ਜੇ? मेरे ख्याल में आवाज नहीं जा रही है। दोबारा कॉल कर लो, दोबारा कॉल करके देखो फोन पे ना। जी सत श्री अकाल जी। तुसी सुन नहीं सकते पे? तुहानू आवाज नहीं आ रही? इधरों तो नहीं बंद किया, उधरों बंद होया। तुहाडी तस्वीर आ रही है, आवाज सानू नहीं आ रही। बोलो जरा, कर भी जरा। ओहो, वो कहते तुहाडा कुछ समझ ही नहीं आया, सानू आवाज नहीं आई। अच्छा सॉरी जी। मैं शुक्रिया अदा करना है, बहुत बहुत धन्यवाद आज के स्पीकर्स का, खास तौर पे डॉक्टर फलीहा ज़हरा काज़मी हुई जड़ियाँ प्रोफैसर ते हैड ऑफ डिपार्टमेंट ने लाहौर कॉलेज फॉर विमेन दियाँ, ते डॉक्टर चरणजीत सिंह गुमटाला हुई ऑथर ते हिस्टोरियन, ते जनाब फ़कीर सैफुद्दीन साहब डायरेक्टर फ़कीर खाना म्यूजियम लाहौर, ते डॉक्टर जसविंदर कौर जी असिस्टेंट प्रोफैसर पटियाला यूनिवर्सिटी तो सी। साढ़े नाल दो साढ़े विद्वान ना जुड़ सके, वो सी डॉक्टर रुबीना यास्मीन ते सुनिंदर कोछड़। रुबीना यास्मीन होना दा ते कन्फर्म हो गया कि वो उन्हां दा नेट काम नहीं कर रहा। सुरिंदर कोछड़ होनी साढ़े काबू ही नहीं आ सके। मैं सारियां दा धन्यवाद कहते हुए खुदा हाफिज कहना। थैंक यू वेरी मच सर। बहुत धन्यवाद जी, बहुत जी। धन्यवाद।